ਗੋਲਡੀ ਬਰਾੜ ਵਰਗੇ ਜੋ ਬਾਹਰ ਬੈਠੇ ਹੋਏ ਆ ਗੈਂਗਸਟਰਸ, ਉਹ ਕਹਿੰਦੇ ਕਿ ਅਸੀਂ ਰਣਜੀਤ ਸਿੰਘ ਕੁੱਕੀ ਗਿੱਲ ਦੀ ਤਾਂ ਬੜੀ ਇੱਜ਼ਤ ਕਰਦੇ ਹਾਂ। ਅਮੀਰ ਖਾਨ ਕਹਿ ਰਿਹਾ ਸੀ ਕਿਹੜਾ ਮੈਂ ਮੇਰੇ ਤੇ ਉਹ ਪਹਿਲੇ ਮੂਵੀ ਬਣਾਉਣ ਲੱਗਿਆ ਸੀ, ਉਹਨੇ ਡਾਕੂਮੈਂਟਰੀ ਬਣਾਈ ਹੈ ਮੇਰੀ ਲਾਈਫ ਦੀ। ਕਹਿੰਦਾ ਵੀ ਸਾਡੇ ਮੇਰਾ ਚਾਹੁੰਦਾ ਮੈਂ ਤੇਰੇ ਤੇ ਬਣਾਉਣੀ ਫਿਲਮ, ਪਰ ਸਾਡੇ ਪੈਰ ਨਹੀਂ ਭਾਰਦਾ। ਅੱਜ ਉਹ ਪੰਜਾਬ ਪੁਲਿਸ 'ਚ ਉੱਦਾਂ ਦੀ ਦਿਖ ਨਹੀਂ ਰਹੀ ਦਿਖ, ਜਿਸ ਕਰਕੇ ਜਾਣੇ ਜਾਂਦੇ, ਜਿਹਦੇ ਕਰਕੇ ਮੁਖਤਿਆਰ ਅੰਸਾਰੀ ਮੈਨੂੰ ਕਹਿ ਰਿਹਾ ਸੀ ਪੰਜਾਬ ਪੁਲਿਸ ਕੋਲ ਕਿਉਂ ਤੁਸੀਂ ਇਹ ਕਿਉਂ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਸਿੱਖ ਜੱਟ ਨੂੰ ਬਾਹਰਲੇ ਸੂਬਿਆਂ ਦੇ ਬੰਦੇ ਆ ਕੇ ਮਾਰ ਕੇ, ਗੈਂਗਸਟਰ ਜਿਹੜੇ ਹੁੰਦੇ ਆ ਉਹਨਾਂ ਦੀ ਜੇ ਕ੍ਰਿਮੀਨੋਲੋਜੀ ਨੂੰ ਸਮਝਣ ਦੀ ਕੋਸ਼ਿਸ਼ ਕਰੀ, ਉਹਨਾਂ ਨੇ ਤਾਂ ਕ੍ਰਾਈਮ ਹੀ ਕਰਨਾ। ਉੱਥੇ ਕਿਸੇ ਨੇ ਸਿਰਫ ਮੈਨੂੰ 12 ਵਜੇ ਵਾਲਾ ਟੌਂਟ ਦੇਣ ਦੀ ਕੀਤੀ ਸੀ ਕੋਸ਼ਿਸ਼, ਤਿਹਾੜ 'ਚ। ਉਹ ASI ਸੀਗਾ, ਮੈਨੂੰ ਨਾਮ ਭੁੱਲ ਗਿਆ। ਮੈਂ ਪਿੱਛੇ ਮੁੜ ਕੇ ਉਹਦੀ ਵਰਦੀ ਸ਼ਰਟ ਪਾੜ ਕੇ ਉਹਦੇ ਹੱਥ 'ਚ ਫੜਾ ਦਿੱਤੀ। ਮੈਂ ਕਿਹਾ ਅੱਗੇ ਤੋਂ ਸੋਚ ਕੇ ਐਂ ਕਰਦੇ ਸੀ 12 ਵਜੇ। ਕਿ ਲੋਕੀ 'ਚ ਇਹ ਨਹੀਂ ਸੀ ਕਿ ਸਿੱਖਾਂ ਦਾ ਇੱਕ ਸਤਿਕਾਰ ਸੀ। ਮੈਂ 4 ਸਾਲ ਰਿਹਾ ਤਿਆਰ, ਸੋਹਣਾ ਚਿਹਰਾ ਸੀ, ਪੱਗ ਬੰਨ੍ਹਦਾ ਸੀ, ਇੱਕ ਸਿੰਬਲ ਤਾਂ ਸੀ ਨਾ। ਕਿੰਨੇ ਕੁ ਸਿੰਗਰ ਪੱਗ ਬੰਨ੍ਹਦੇ। ਗਨ ਇਜ਼ ਨੋਟ ਆਨਸਰ ਟੂ ਦਾ ਗਨ। ਸਰ ਅੱਗੇ ਕਿਹੜੇ ਲੋਕਾਂ ਦਾ ਪਤਾ ਲੱਗ ਗਿਆ, ਇਹਨੇ ਤਾਂ ਗੈਂਗਸਟਰ ਅੰਦਰ ਫੜੇ ਹੋਏ ਆ। ਬੇਕਿਰਕ ਸੋਚ ਆ ਜਿਹਨੂੰ ਆਪਾਂ ਗੈਂਗਸਟਰਿਜ਼ਮ ਦਾ ਐ ਤਾਂ ਹੁਣ ਗੈਂਗਸਟਰ ਜੀ ਹਰ ਕਿਸੇ ਨੇ ਦਾਊਦ ਬਣ ਨਹੀਂ ਜਾਣਾ। ਜਿਹੜੇ ਮਾਫੀਆ ਦੇ ਬੌਸ ਰਹੇ ਨੇ, ਐਕਚੁਅਲ ਫੈਮਲੀਜ਼ ਦੇ ਹੈਡ, ਉਹ ਮੇਰੇ ਨਾਲ ਜੇਲ੍ਹ 'ਚ ਰਹੇ ਆ। ਵੈਰੀ ਵੈਲ ਐਜੂਕੇਟਡ ਪੀਪਲ, ਵੈਲ ਵਰਸਡ। ਉਹ ਗੱਲੀ ਬਾਤੀ ਬੰਦਿਆਂ ਨੂੰ ਡਰਾ ਲੈਂਦੇ ਆ, ਪਰ ਉਹ ਦੇ ਆਰ ਨੋਨ ਐਜ਼ ਆਰਗੇਨਾਈਜ਼ਡ ਕ੍ਰਾਈਮ। ਕਿ ਉਹ ਐ ਬੇਕਿਰਕਾ ਜਿਵੇਂ ਕ੍ਰਾਈਮ ਹੁਣ ਪੰਜਾਬ 'ਚ ਚੱਲ ਰਿਹਾ, ਦਿਸ ਇਜ਼ ਅਨਆਰਗੇਨਾਈਜ਼ਡ ਕ੍ਰਾਈਮ। ਇਹ ਗੱਲ ਤਾਂ ਸੇਮ ਗੋਲਡੀ ਬਰਾੜ ਵੀ ਕਹਿੰਦਾ ਆਪਦੀ ਇੰਟਰਵਿਊ ਦੇ ਵਿੱਚ, ਉਹ ਵੀ ਸੇਮ ਹੀ ਚੀਜ਼ ਕਹਿੰਦਾ ਪਿਆ ਕਿ ਉਹਨੂੰ ਬਹੁਤ ਸ਼ੌਂਕ ਸੀਗਾ ਬੰਦੂਕਾਂ ਦਾ, ਬਦਮਾਸ਼ੀ ਦਾ ਬਹੁਤ ਸ਼ੌਂਕ ਸੀ, ਅਸੀਂ ਉਹਦਾ ਭੂਤ ਲਾ ਦਿੱਤਾ। ਜਦੋਂ ਗੁਲਸ਼ਨ ਕੁਮਾਰ ਦੀ ਕਤਲ ਹੋਇਆ, ਉਹਨੂੰ ਸਿੱਧਾ ਪੁਲਿਸ ਨੇ ਐਂਗਲ ਦਿੱਤਾ ਅੰਡਰਵਰਲਡ ਦੀ ਹੈਡ। ਜਦੋਂ ਉਹਦੀ ਇਨਵੈਸਟੀਗੇਸ਼ਨ ਹੋਈ ਡੀਪਰ, ਤਾਂ ਫਿਰ ਕਿਸੇ ਹੋਰ ਜਿਹੜੀਆਂ ਰਾਈਵਲ ਮਿਊਜ਼ਿਕ ਕੰਪਨੀਆਂ ਸੀਗੀਆਂ, ਉਹਨਾਂ ਦਾ ਨਾਂ ਉੱਠਿਆ ਸੀ। ਇਹ ਤਾਂ ਇੱਕ ਤਰ੍ਹਾਂ ਡੈਡ ਐਂਡ 'ਤੇ ਜਾ ਕੇ ਸਟੋਰੀ ਖਤਮ ਕਰ ਦਿੱਤੀ। ਜਿੱਥੋਂ ਤੱਕ ਰਿਹਾ ਜਿਹੜਾ ਕਤਲ ਦੇ ਵਿੱਚ ਸਵਾਲ ਉੱਠ ਰਿਹਾ ਕਿ ਜੇਲ੍ਹ 'ਚੋਂ ਰਹਿ ਕੇ ਆਪਰੇਟ ਹੋ ਰਿਹਾ। ਮੈਂ ਤਿਹਾੜ ਜੇਲ੍ਹ 'ਚ 4 ਸਾਲ ਰਿਹਾ ਵਿਦਾਊਟ ਦਾ ਕਲੂਜਨ ਆਫ ਜੇਲ੍ਹ ਸਟਾਫ। ਮੇਰੇ ਨਾਲ ਮੁਖਤਿਆਰ ਅੰਸਾਰੀ ਵਰਗੇ ਨਾਮੀ ਬੰਦੇ, ਉਹ ਜਿਹੜਾ ਹੈਗਾ ਵਿਦਾਊਟ ਦਾ ਕਲੂਜਨ, ਉਹਨਾਂ ਦੀ ਮਿਲੀ ਭੁਗਤ ਨਾਲ ਜੇਲ੍ਹ ਆਫੀਸ਼ੀਅਲਸ, ਇਹ ਕੰਮ ਹੋ ਹੀ ਨਹੀਂ ਸਕਦਾ। ਇੱਕ ਵਾਰ ਰਣਜੀਤ ਸਿੰਘ ਕੁੱਕੀ ਗਿੱਲ ਹੋਰਾਂ ਨੇ ਸ਼ੇਰ ਪੜਿਆ ਸੀਗਾ, सितारे मांगने आए थे हमसे रोशनी की भीख, अपना घर ना जलाते तो क्या करते। ਰਣਜੀਤ ਸਿੰਘ ਕੁੱਕੀ ਗਿੱਲ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹੈ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਉਹਨਾਂ ਦਾ ਪਿਛੋਕੜ, ਉਹਨਾਂ ਦਾ ਇਤਿਹਾਸ, ਤੇ ਹੁਣ ਪੰਜਾਬ ਦੇ ਮੁੱਦਿਆਂ 'ਤੇ ਜਿਸ ਤਰੀਕੇ ਦੇ ਨਾਲ ਬੇਬਾਕੀ ਦੇ ਨਾਲ ਉਹ ਗੱਲਬਾਤ ਕਰਦੇ ਪਏ ਆ, ਉਦੋਂ ਤੋਂ ਵੀ ਤੁਸੀਂ ਜਾਣੂ ਹੋ। ਅਲੱਗ-ਅਲੱਗ ਕਾਲਮਸ ਵੀ ਲਿਖਦੇ ਆ। 2009 ਜਾਂ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਕਾਲਮ ਲਿਖਿਆ ਸੀਗਾ ਨੌਜਵਾਨੀ.com ਦੇ ਲਈ, ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਰਿਗਰੈਟ ਆਈ ਹੈਵ ਫਿਊ। ਲੇਕਿਨ ਇਹਦੇ ਨਾਲ ਨਾਲ ਰਣਜੀਤ ਸਿੰਘ ਕੁੱਕੀ ਗਿੱਲ, ਜਿਨ੍ਹਾਂ ਨੇ ਕਿਸੇ ਵੇਲੇ ਬੰਦੂਕਾਂ ਚੁੱਕੀਆਂ ਸੀਗੀਆਂ, ਉਹ ਇਹ ਵੀ ਮੰਨਦੇ ਆ ਕਿ ਵਾਇਲੈਂਸ ਇਜ਼ ਅ ਸ਼ਾਰਟਕਟ ਟੂ ਦ ਗੋਲ। ਮੇਰਾ ਨਾਮ ਰਣਜੀਤ ਸਿੰਘ ਕੁੱਕੀ ਗਿੱਲ ਹੈ। ਗੱਲਬਾਤ ਕਰਨੀ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਇੱਕ ਨਾਮ ਉਛਲਦਾ ਪਿਆ ਨਾਮੀ ਕ੍ਰਿਮੀਨਲ ਦਾ, ਔਰ ਉਹਨਾਂ ਨੇ ਇਹਨਾਂ ਨੂੰ ਇੱਥੋਂ ਤੱਕ ਆਪਣੀ ਵੀਡੀਓ ਦੇ ਜ਼ਰੀਏ ਮੈਸੇਜ ਭੇਜਿਆ ਕਿ ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ ਔਰ ਇੱਜ਼ਤ ਕਰਦੇ ਰਹਾਂਗੇ। ਉਹ ਕੌਣ ਹੈ? ਗੋਲਡੀ ਬਰਾੜ ਹੈ, ਜਿਨ੍ਹਾਂ ਨੇ ਇਹਨਾਂ ਨੂੰ ਕਿਹਾ। ਮੇਰਾ ਨਾਮ ਰਣਜੀਤ ਸਿੰਘ ਕੁੱਕੀ ਗਿੱਲ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਲੀਜ਼ ਰਣਜੀਤ ਜੀ, ਮੇਰਾ ਪਹਿਲਾ ਬੁਨਿਆਦੀ ਸਵਾਲ ਤੁਹਾਡੇ ਕੋਲੋਂ ਇਹ ਹੈ, ਜਿਸ ਤਰੀਕੇ ਦੇ ਨਾਲ, ਜਿਸ ਨਜ਼ਰ ਦੇ ਨਾਲ ਅਸੀਂ ਪੰਜਾਬ ਨੂੰ ਇਸ ਵਕਤ ਵੇਖਦੇ ਪਏ ਹਾਂ, ਜਿਸ ਨਜ਼ਰ ਦੇ ਨਾਲ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਇਸ ਵਕਤ ਵੇਖਦੇ ਪਏ ਹਾਂ, ਤੁਹਾਡੀ ਉਸ ਨਜ਼ਰ ਤੋਂ ਅਲੱਗ ਕਿਹੜੀ ਨਜ਼ਰ ਹੈਗੀ ਆ? ਤੁਸੀਂ ਕਿਸ ਤਰੀਕੇ ਦੇ ਨਾਲ ਬਿਆਨ ਕਰਦੇ ਹੋ? ਲੋਕਾਂ ਨੇ ਨਾ, ਜਦੋਂ ਆਪਾਂ ਡੈਜ਼ਰਟ ਸੁਣਦੇ ਹਾਂ, ਡੈਜ਼ਰਟ 'ਚ ਆਪਾਂ ਨੂੰ ਮਿਰਾਜ ਦਿਖਦੇ ਹੁੰਦੇ ਆ, ਦੂਰ ਵੀ ਉਹ ਦੂਰ ਪਾਣੀ ਹੈਗਾ, ਉਹ ਰਿਫਲੈਕਸ਼ਨਸ ਆਉਂਦੀਆਂ ਹੁੰਦੀਆਂ। ਇਸੇ ਰਿਫਲੈਕਸ਼ਨਸ ਦੇ ਮੱਦੇ ਨਜ਼ਰ ਲੋਕਾਂ ਨੇ ਫੈਬਰਰੀ ਵਿੱਚ ਜਿਹੜੀਆਂ ਪੁਰਾਣੀਆਂ ਸੈਂਡ ਡਿਊਨਸ ਸੀਗੀਆਂ, ਰੇਤ ਦੇ ਢੇਰ ਸੀਗੇ, ਉਹ ਖਿਲਾਰਤੇ। ਉਹਨਾਂ ਨੂੰ ਲੱਗਿਆ ਕਿ ਇਹਦੇ ਪਿੱਛੇ ਸ਼ਾਇਦ ਸਾਡਾ ਜਿਹੜਾ ਮਿਰਾਜ, ਜਿਹੜਾ ਅਸੀਂ ਲੱਭ ਰਹੇ ਹਾਂ, ਵੀ ਉਹ ਆ ਉਹ। ਪਰ ਜਦੋਂ ਹੁਣ ਲੋਕਾਂ ਨੇ ਐਕਚੁਅਲ ਆ ਕੇ ਪਿਛਲੇ 5 ਮਹੀਨਿਆਂ 'ਚ ਦੇਖਿਆ ਵੀ ਉਹ ਵੀ ਇੱਕ ਤਰ੍ਹਾਂ ਨਾਲ ਰੇਤ ਦਾ ਇੱਕ ਬੁਣਿਆ ਹੋਇਆ ਹੀ ਸੈਂਡ ਡਿਊਨਸ। ਸਰ,
ਅਸੀਂ ਸਰਕਾਰ ਦੇ ਉੱਤੇ ਸਵਾਲ ਚੁੱਕਦੇ ਹਾਂ ਔਰ ਸਾਡਾ ਫਰਜ਼ ਵੀ ਬਣਦਾ ਅਸੀਂ ਸਵਾਲ ਚੁੱਕਦੇ ਰਹੀਏ ਤਾਂ ਕਿ ਜੋ ਸੋਲਿਊਸ਼ਨ ਹੈ ਉਹ ਕੱਢੇ ਜਾ ਸਕਣ। ਇਸ ਸਭ ਦੇ ਵਿੱਚ ਓਪੋਜੀਸ਼ਨ ਕਿੱਥੇ ਹੈ ਸਰ? ਤੁਸੀਂ ਸਵਾਲ ਚੁੱਕਦੇ ਹੋ, ਅਸੀਂ ਸਵਾਲ ਚੁੱਕਦੇ ਹਾਂ, ਓਪੋਜੀਸ਼ਨ ਕਿੱਥੇ ਹੈ? ਓਪੋਜੀਸ਼ਨ ਕੀ ਕਰਦੀ ਪਈ ਹੈ? ਕਾਂਗਰਸ ਕੀ ਕਰਦੀ ਪਈ? ਉਹਨਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਈਡੀ ਦੀਆਂ ਰੇਡਾਂ ਉਹਨਾਂ ਦੇ ਜਿਹੜੇ ਹੁਕਮਰਾਨ ਉੱਪਰ ਬੈਠੇ ਹੋਏ ਆ ਉਹਨਾਂ ਦੇ ਮਗਰ ਹੈ। ਓਪੋਜੀਸ਼ਨ ਨੂੰ ਕਿਹੜੀ ਚਿੰਤਾ ਪੰਜਾਬ ਦੀ? ਅਸਲ 'ਚ ਹੈ ਨਾ ਕਿ ਜਿਹੜੀ ਇਸ ਟਾਈਮ 'ਤੇ ਪ੍ਰੈਜ਼ੈਂਟ ਰੂਲਿੰਗ ਅਲੀਟ ਆ ਸੈਂਟਰ 'ਚ, ਉਹਨਾਂ ਨੇ ਜਿਹੜੀਆਂ ਸੈਂਟਰਲ ਏਜੰਸੀਜ਼ ਆ, ਈਵਨ ਐਨਫੋਰਸਮੈਂਟ ਡਾਇਰੈਕਟੋਰੇਟ ਆ ਜਿਹਨੂੰ ਆਪਾਂ ਈਡੀ ਕਹਿੰਦੇ ਆ, ਉਹਨਾਂ ਨੂੰ ਬੈਕਿੰਗ ਮਿਲੀ ਆ ਸੁਪਰੀਮ ਕੋਰਟ ਦੇ ਰੀਸੈਂਟ ਜੱਜਮੈਂਟ, ਜਿਹਦੇ 'ਚ ਉਹਨਾਂ ਨੇ ਜਿਹੜਾ ਮਨੀ ਲਾਂਡਰਿੰਗ ਐਕਟ ਆ ਉਹਨੂੰ ਹੋਰ ਸਟਰੋਂਗ ਕਰਤਾ, ਇਹਨਾਂ ਨੂੰ ਅਰੈਸਟ ਕਰਨ ਦੀ ਪਾਵਰ ਦਿੱਤੀ, ਸੀਜ਼ ਕਰਨ ਦੀ ਪਾਵਰ ਦਿੱਤੀ। ਕਿਉਂਕਿ ਜਦੋਂ ਪਿਛਲੇ ਨਿਜ਼ਾਮ ਰਹੇ ਨੇ, ਚਾਹੇ ਉਹ 15 ਸਾਲ ਅਕਾਲੀ ਦਲ ਦਾ ਰਾਜ ਰਿਹਾ, 15 ਸਾਲ ਹੀ ਕਾਂਗਰਸ ਦਾ ਰਾਜ ਰਿਹਾ ਪਿਛਲੇ 30 ਸਾਲਾਂ 'ਚ, ਉਹਦੇ ਵਿੱਚ ਜੇ ਆਪਾਂ ਸਲਾਈਡ ਦੇਖੀਏ ਕਰਜ਼ੇ ਦੀ, ਉਹ ਇੰਨੀ ਅਪਵਰਡ ਗਈ ਆ। ਉਹ ਕਿਉਂ ਗਈ? ਉਹ ਪੈਸਾ ਲੱਗਿਆ ਕਿੱਥੇ ਆ? ਸੜਕਾਂ ਤਾਂ ਜਦੋਂ ਮੀਂਹ ਪੈਂਦਾ ਹਰ ਸਾਲ ਇਹੀ ਕੁਛ ਹੁੰਦਾ। ਆਪਣੀਆਂ ਵਾਟਰ ਬੋਡੀਜ਼ ਕਿੱਥੇ ਨੇ ਕਿ ਆਪਾਂ ਰਿਪਲੇਨਿਸ਼ ਕਿਉਂ ਨਹੀਂ ਕਰ ਰਹੇ ਆਪਣਾ ਵਾਟਰ? ਅੱਜ ਤੱਕ ਇਹਨਾਂ ਨੂੰ 30 ਸਾਲਾਂ 'ਚ ਇਹ ਨਹੀਂ ਪਤਾ ਲੱਗ ਸਕਿਆ। ਈਵਨ ਦਿਸ ਗੌਰਮੈਂਟ ਜਦੋਂ ਆਈ ਸੀ, ਇਹਨੂੰ ਪਤਾ ਸੀ ਮਾਨਸੂਨ ਸੀਜ਼ਨ ਆਉਣਾ। ਇਸ ਤਰ੍ਹਾਂ ਦੀਆਂ ਜਿਹੜੀਆਂ ਫਲॉड ਪਾਲਿਸੀਜ਼ ਰਹੀਆਂ ਨੇ, ਜਿਹੜੀਆਂ ਉਹਦੇ ਵਿੱਚ ਕਰੈਕਸ ਆਏ ਨੇ, ਉਹ ਕਰੈਕਸ ਦੇ ਵਿੱਚ ਬਹੁਤ ਸੀਪੇਜ ਹੋਈ ਆ। ਜੇ ਇਹਨਾਂ ਸਾਰਿਆਂ ਦੀ ਪ੍ਰੋਪਰਟੀਜ਼ ਦੀਆਂ ਚੈੱਕ ਹੋ ਜਾਣ, ਐਸਟਸ, ਵੈਨ ਦੇ ਸਟਾਰਟਡ ਦਾ ਪੋਲੀਟੀਕਲ ਕੈਰੀਅਰ ਡਿਊਰਿੰਗ ਦੇਅਰ ਪਾਵਰ ਡੇਜ਼ ਤੇ ਅੱਜ ਤੇ ਬਿਫੋਰ ਦੈਟ, ਯੂ ਵਿਲ ਸੀ ਏ ਵੈਰੀ ਵਰਟੀਕਲ ਗ੍ਰਾਫ ਗੋਇੰਗ ਅਪਵਰਡਸ। ਉਹ ਕਿਤੋਂ ਤਾਂ ਪੈਸਾ ਆਇਆ ਨਾ, ਕਿਸੇ ਨੇ ਇਹ ਤਾਂ ਹੈ ਨਹੀਂ ਕਿ ਇੱਕ ਟਰਾਂਸਪੋਰਟ ਰਾਹੀਂ ਤੁਸੀਂ ਇੰਨੇ ਅਮੀਰ ਹੋ ਗਏ, ਤੁਹਾਡੇ ਏਡੇ ਏਡੇ ਵੱਡੇ ਹੋਟਲ ਬਣ ਗਏ। ਈਵਨ ਕਿਸੇ ਵੀ ਫੈਮਿਲੀ 'ਤੇ ਝਾਤ ਮਾਰ ਲਓ, ਈਵਨ ਜਿਹੜੇ ਆਪਣੇ ਪਟਿਆਲੇ ਵਾਲੇ ਬਾਬੇ ਵਾਲੇ ਦੇ ਖਾਨਦਾਨ ਆ, ਉਹਨਾਂ ਦਾ ਦੇਖ ਲਓ ਗ੍ਰਾਫ, ਉਹ ਘਾਟੇ 'ਚ ਸੀ। 6000 7000 ਕਰੋੜ ਦਾ ਉਹਨਾਂ 'ਤੇ ਕਰਜ਼ਾ ਸੀ। ਅੱਜ ਉਹ ਕਰਜ਼ੇ ਕਿੱਥੇ ਗਏ? ਅੱਜ ਵਾਏ ਦੇ ਗੋਇੰਗ ਅਪਵਰਡ ਸਿੰਘ। ਉਹ ਕਿਉਂ ਈਡੀ ਤੋਂ ਡਰ ਰਹੇ? ਕਿਉਂ ਭੁੱਲ ਗਏ ਆਪਣੇ ਪੰਜਾਬ ਦੇ ਪੁਰਾਣੇ ਸਟੈਂਡ? ਕਿਉਂ ਦੱਸਣ? ਉਹ ਚੀਜ਼ ਦਾ ਜਵਾਬ ਤਾਂ ਦੇਣਾ। ਜਿਵੇਂ ਸੀਐਮ ਭਗਵੰਤ ਮਾਨ ਨੇ ਬੜੀ ਵਧੀਆ ਸੁਨਾਮ ਗੱਲ ਉਠਾਈ ਆ ਕਿ ਇਹ ਉਹ ਫਰਜ਼ੰਦ ਨੇ ਬਾਬੇ ਆਲਾ ਸਿੰਘ ਦੇ ਜਿਹੜੇ ਅੱਜ ਵੀ ਆਪਣੇ ਘਰਾਂ 'ਚ ਉਹਨਾਂ ਅੰਗਰੇਜ਼ਾਂ ਦੀਆਂ ਫੋਟੋਆਂ ਲਾਈ ਬੈਠੇ, ਬੁੱਤ ਲਾਈ ਬੈਠੇ। ਇਹਨਾਂ ਨੂੰ ਕਿੱਥੋਂ ਯਾਦ ਹੋਣੇ ਆ ਭਗਤ ਸਿੰਘ ਨੂੰ ਜਾਂ ਸ਼ਹੀਦ ਕਰਤਾਰ ਸਿੰਘ ਸਰਾਭਾ? ਸ਼ਹੀਦ ਕਰਤਾਰ ਸਿੰਘ ਸਰਾਭਾ ਕਿਉਂ ਨਹੀਂ ਮਸ਼ਹੂਰ ਹੋਇਆ? ਕਿਉਂਕਿ ਉਹ ਵਿਚਾਰਾ ਆਪਣੇ ਵਿਚਾਰ ਲਿਖ ਕੇ ਪਬਲਿਕ ਅੱਗੇ ਲਿਆ ਨਹੀਂ ਸਕਿਆ। ਦੈਟਸ ਦਾ ਡਿਫਰੈਂਸ। ਅਦਰਵਾਈਜ਼ ਹੀ ਵਾਜ਼ ਮੋਰ ਐਜੂਕੇਟਡ, ਮੋਰ ਲਰਨਡ ਦੈਨ ਭਗਤ ਸਿੰਘ। ਪਰ ਇਹ ਕੋਈ ਕੰਪੈਰੀਜ਼ਨ ਕਰਨਾ ਆਪਣਾ ਬਣਦਾ ਨਾ, ਇਹ ਕੁਐਸਚਨ ਉਠਾਉਣਾ ਬਣਦਾ ਪੰਜਾਬ ਦੇ ਡਿਸਕੋਰਸ ਦੇ ਵਿੱਚ। ਈਵਨ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਲੈ ਲਓ, ਉਹ ਬੜੀ ਬੇਬਾਕੀ ਨਾਲ ਕਹਿ ਰਿਹਾ ਵੀ ਮੈਂ 50,000 ਚਿੱਠੀਆਂ ਦਿੱਤੀਆਂ, ਉਹਨਾਂ ਬੰਦਿਆਂ ਨੂੰ ਦਿੱਤੀਆਂ ਜਿਨ੍ਹਾਂ ਦਾ ਪੋਲੀਟੀਕਲ ਅਸਾਈਲਮ ਲੈਣ ਦਾ ਕੋਈ ਹੱਕ ਨਹੀਂ ਸੀ। ਇਹਦਾ ਮਤਲਬ ਯੂ ਗੇਵ ਏ ਮਿਸਲੀਡਿੰਗ ਲੈਟਰਸ ਟੂ ਦਾ US ਗੌਰਮੈਂਟ ਕਿ ਅੱਗੇ ਤੋਂ ਸਿੱਖਾਂ ਦਾ ਵਿਸ਼ਵਾਸ ਨਾ ਕਰ ਲਓ। ਅਤੇ ਉਹ ਕਹਿੰਦਾ ਇਹਦੇ 'ਚ ਮੈਂ 175 ਕਰੋੜ ਰੁਪਇਆ ਕਮਾਇਆ। ਮਤਲਬ ਕਿ ਵਟ ਕਾਈਂਡ ਆਫ ਲੀਡਰਸ ਵੀ ਆਰ ਪ੍ਰੋਜੈਕਟਿੰਗ। ਮੈਂ ਤਾਂ ਪੋਲੀਟੀਕਲ ਅਸਾਈਲਮ ਛੱਡ ਕੇ ਆਇਆ, ਮੈਨੂੰ ਆਪਸ਼ਨ ਸੀ, ਮੈਂ ਕੇਸ ਜਿੱਤ ਕੇ ਛੱਡ ਕੇ ਆਇਆ। ਸੋ ਆਈ ਨੋ ਦੈਟਸ ਪ੍ਰੋਸੀਡਿੰਗਸ। ਜੇ ਉੱਥੇ ਇੱਕ ਵਾਰ ਤੁਹਾਡੀ ਇਹ ਲੈਟਰ ਜਾ ਕੇ ਜੱਜ ਨੂੰ ਸੁਣਾ ਦੇਣ ਕਿ ਹੀ ਇਜ਼ ਗਿਵਿੰਗ ਫੇਕ ਲੈਟਰਸ ਓਵਰ ਦਾ ਈਅਰਸ, ਤੁਸੀਂ ਕੀ ਉਹਨਾਂ ਦੇ ਫਿਊਚਰ ਨਾਲ ਨਹੀਂ ਖੇਡ ਨਹੀਂ ਰਹੇ? ਕੀ ਤੁਸੀਂ ਸਿੱਖਿਜ਼ਮ ਦਾ ਜਿਹੜੀ ਫਿਲਾਸਫੀ ਆ ਉਹਦਾ ਕੀ ਪ੍ਰੋਜੈਕਟ ਕਰ ਰਹੇ? ਕੀ ਉਹਨੂੰ ਭਗਤ ਸਿੰਘ ਦੇ ਸੰਦਰਭ 'ਚ ਕਰਨਾ? ਕਿਸ ਤਰ੍ਹਾਂ ਕਰਨਾ? ਭਗਤ ਸਿੰਘ ਇੱਕ ਆਪਣੇ ਥੋਟ ਪ੍ਰੋਸੈਸ ਕਰਕੇ ਜਾਣਿਆ ਜਾਂਦਾ। ਜਿਹੜਾ ਉਹਨੇ ਥੋਟ ਪ੍ਰੋਸੈਸ ਲਿਆਂਦਾ, ਉਦੋਂ ਭਾਵੇਂ ਸਿੱਖੀ ਨੂੰ ਮੰਨੇ ਜਾਂ ਨਾ ਮੰਨੇ, ਪਰ ਉਹਨੇ ਜੋ ਉਸ ਸਾਮਰਾਜੀ ਤਾਕਤ ਵਿਰੁੱਧ ਇੱਕ ਲਿਖਤੀ ਰੂਪ ਵਿੱਚ ਆਪਣਾ ਥੋਟ ਪ੍ਰੋਸੈਸ ਲਿਆਂਦਾ ਐਂਡ ਦੈਨ ਹੀ ਸਟੂਡ ਹਿਜ਼ ਗਰਾਊਂਡ। ਭੱਜਿਆ ਨਹੀਂ ਉਹ। ਜੇ ਚਾਹੁੰਦੇ ਤਾਂ ਉੱਥੋਂ ਪਾਰਲੀਮੈਂਟ ਅਸੈਂਬਲੀ 'ਚੋਂ ਹੀ ਭੱਜ ਸਕਦੇ ਸੀ। ਉਹਨਾਂ ਕੋਲ ਭਗਤ ਸਿੰਘ ਹੋਰਾਂ ਨੇ ਆਪਣੇ ਟਰਾਇਲ ਦੌਰਾਨ ਇਹ ਗੱਲ ਕਹੀ ਸੀਗੀ ਕਿ ਹਥਿਆਰ ਚੁੱਕਣਾ ਇਹ ਸਹੀ ਰਸਤਾ ਨਹੀਂ ਹੈਗਾ। ਲੇਕਿਨ ਫਿਰ ਵੀ ਜਿਨ੍ਹਾਂ ਦੇ ਤੁਸੀਂ ਨਾਮ ਲਿੱਤੇ, ਸਰਦਾਰ ਸਿਮਰਨਜੀਤ ਸਿੰਘ ਮਾਨ ਔਰ ਤਮਾਮ ਔਰ ਜੋ ਉਹਨਾਂ ਦੇ ਨਾਲ ਜੁੜੇ ਹੋਏ ਆ, ਉਹਨਾਂ ਦੇ ਹੀ ਬਸ਼ਿੰਦੇ, ਉਹ ਪ੍ਰੋਜੈਕਟ ਤਾਂ ਇਸ ਤਰੀਕੇ ਦੇ ਨਾਲ ਕਰਦੇ ਅੱਤਵਾਦੀ ਹੈ। ਲੇਕਿਨ ਖੈਰ ਮੈਂ ਸਮਝਦਾ ਸਰ ਇਹ ਡਿਬੇਟ ਦਾ ਹਿੱਸਾ ਹੈ ਨਹੀਂ ਹੈ। ਇਹਦੇ 'ਤੇ ਡਿਬੇਟ ਕਰਨੀ ਵੀ ਨਹੀਂ ਚਾਹੀਦੀ। ਇਹ ਫਾਲਤੂ ਦੀ ਇੱਕ ਮਾਈਲੇਜ ਦੇਣ ਵਾਲੀ ਗੱਲ ਹੋ ਜਾਂਦੀ ਹੈ। ਪੰਜਾਬ ਨੂੰ ਨਵੇਂ DGP ਮਿਲੇ ਗੌਰਵ ਯਾਦਵ ਜੀ, ਔਰ ਉਸ ਤੋਂ ਬਾਅਦ ਐਨਕਾਊਂਟਰ ਵੀ ਹੋਏ 2 ਗੈਂਗਸਟਰਾਂ ਦੇ ਜਿਨ੍ਹਾਂ ਦਾ ਹੱਥ ਸੀਗਾ ਸਿੱਧੂ ਦੇ ਕਤਲ ਦੇ ਵਿੱਚ। ਤੁਹਾਨੂੰ ਕੀ ਲੱਗਦਾ ਕਿ ਹੁਣ ਜੋ ਖੌਫ ਬਣਿਆ ਹੋਇਆ ਸੀਗਾ ਇੱਕ ਲੰਬੇ ਸਮੇਂ ਤੋਂ,
ਉਹ ਦੂਰ ਹੋ ਰਿਹਾ ਨਵੇਂ ਡੀਜੀਪੀ ਮਿਲਣ ਦੇ ਨਾਲ? ਮੈਂ ਕੋਈ ਇਹਦੇ ਬਹੁਤਾ ਕੈਰੀਅਰ ਬਾਰੇ ਗੌਰਵ ਜਾਵਦ ਤੇ ਜਾਣਦਾ ਨਹੀਂ, ਕਿਉਂਕਿ ਹੀ ਕੇਮ ਵੈਨ ਆਈ ਵਾਜ਼ ਇਨ ਪ੍ਰਿਜ਼ਨ, ਜਦੋਂ ਇਹ 92 'ਚ ਆਇਆ। ਪਰ ਜਿਵੇਂ ਉਹਨਾਂ ਦੀ ਪਬਲਿਕ ਨਰੇਸ਼ਨ ਆ ਰਹੀ ਆ, ਕੋਈ ਇੱਕ ਅਥੋਰਟੇਟਿਵ ਸੈਂਸ ਆ ਰਹੀ ਹੈ। ਜਿੱਥੋਂ ਤੱਕ ਹੈਗਾ ਪੁਲਿਸ ਇਨਕਾਊਂਟਰ ਦਾ ਸਵਾਲ ਜਿਹੜਾ ਹੁਣ ਹੋਇਆ, I don't agree with that. That was not the right approach. They should have been cornered and they should have been kept there and they should have been caught alive. ਇਹ ਜਿੰਦੇ ਫੜੇ ਜਾਣੇ ਚਾਹੀਦੇ ਸੀ, ਤਾਂ ਕਿ ਸਾਨੂੰ ਪਤਾ ਲੱਗਦਾ ਪੰਜਾਬ ਨੂੰ ਕਿ ਕੌਣ ਇਹਨਾਂ ਦੇ ਸਿੰਪਥਾਈਜ਼ਰਸ। ਉਹ ਤਾਂ ਸਲੀਪਰ ਸੈਲਸ ਰਹਿ ਗਏ। ਸਰ ਅੱਗੇ ਕਿਹੜੇ ਲੋਕਾਂ ਦਾ ਪਤਾ ਲੱਗ ਗਿਆ? ਇੰਨੇ ਤਾਂ ਗੈਂਗਸਟਰ ਅੰਦਰ ਫੜੇ ਹੋਏ ਆ। ਲੋਕ ਦੁਖੀ ਪਰੇਸ਼ਾਨ, ਲੋਕਾਂ ਨੇ ਤਾਂ ਉਦੋਂ ਖੁਸ਼ੀ ਮਨਾਈ, ਕਈ ਥਾਵਾਂ ਤੇ ਲੱਡੂ ਵੰਡੇ ਗਏ। ਉਹ ਸ਼ਾਰਟ ਸਾਈਟਡਨੈਸ ਉਹ ਇਸ ਵਜ੍ਹਾ ਕਰਕੇ ਵੀ ਹੈ ਨਾ ਕਿ ਉਹਨਾਂ ਨੂੰ ਐਂ ਲੱਗਦਾ ਕਿ ਕਾਨੂੰਨ ਕੰਮ ਨਹੀਂ ਕਰਦਾ। ਮਤਲਬ ਕਿ ਗਨ ਇਜ਼ ਨਾਟ ਦਾ ਆਨਸਰ ਟੂ ਦਾ ਗਨ ਇਨ ਐਵਰੀ ਸਰਕਮਸਟੈਂਸਿਸ। ਕਿੰਨਾ ਚਿਰ ਗੋਲੀ ਚੱਲਦੀ ਰਹਿੰਦੀ, ਕਿੰਨਾ ਕਸਲਾ ਸੀ ਉਹਨਾਂ ਕੋਲ, ਪਹਿਲੇ ਉੱਥੋਂ ਤੱਕ ਅਸਲਾ ਪਹੁੰਚਿਆ ਕਿਵੇਂ? ਇਹਦਾ ਤਾਂ ਆਨਸਰ ਕਰੇ ਨਾ ਡੀਜੀਪੀ ਪੰਜਾਬ, ਵੀ ਉਹ ਪੰਜਾਬ 'ਚ ਟਰੈਵਲ ਕਰਦੇ ਰਹੇ, ਉਹ ਨਾਲ ਉਹਨਾਂ ਦੇ ਅਸਲਾ ਚੱਲ ਰਿਹਾ। ਕਿੰਨੇ ਨਾਕੇ ਲੱਗੇ ਹੋਏ ਆ। ਆਪਾਂ ਇੱਥੋਂ, ਮੈਂ ਘਰ ਤੋਂ ਸਕੂਲ ਤੱਕ ਜਾਣਾ ਸਰਾਭਾ ਨਗਰ, ਆਈ ਹੈਡ ਟੂ ਪਾਸ ਥਰੂ 2 ਪੁਲਿਸ ਨਾਕੇ, ਭਾਵੇਂ ਮੈਨੂੰ ਰੋਕਦੇ ਨਹੀਂ, ਹੈ ਤਾਂ ਹੈ ਨਾ। ਫਿਰ ਇਹ ਵੀ ਨਹੀਂ ਕਿ ਇਹ ਕਿਹੜੀਆਂ ਗੱਡੀਆਂ 'ਤੇ ਟਰੈਵਲ ਕਰਦੇ ਰਹੇ ਐਂਡ ਹੂ ਵਾਜ਼ ਫਾਈਨੈਂਸਿੰਗ ਦੈਮ। ਫਿਰ ਉਹ ਇਹ ਵੀ ਆ ਰਿਹਾ ਕਿ ਦੇ ਵਰ ਡਰੱਗ ਐਡਿਕਟਸ, ਉਹ ਸਪਲਾਈ ਕੌਣ ਦੇ ਰਿਹਾ ਸੀ? ਇਹ ਤਾਂ ਇੱਕ ਤਰ੍ਹਾਂ ਡੈਡ ਐਂਡ 'ਤੇ ਜਾ ਕੇ ਸਟੋਰੀ ਖ਼ਤਮ ਕਰਤੀ। ਜਿੱਥੋਂ ਤੱਕ ਰਿਹਾ ਜਿਹੜਾ ਕਤਲ ਦੇ ਵਿੱਚ ਸਵਾਲ ਉੱਠ ਰਿਹਾ ਕਿ ਜੇਲ੍ਹ 'ਚੋਂ ਰਹਿ ਕੇ ਆਪਰੇਟ ਹੋ ਰਿਹਾ। ਮੈਂ ਤਿਹਾੜ ਜੇਲ੍ਹ 'ਚ 4 ਸਾਲ ਰਿਹਾ ਵਿਦਾਊਟ ਦਾ ਕਲੂਜਨ ਆਫ ਜੇਲ੍ਹ ਸਟਾਫ। ਮੇਰੇ ਨਾਲ ਮੁਖਤਿਆਰ ਅੰਸਾਰੀ ਵਰਗੇ ਨਾਮੀ ਬੰਦੇ, ਹਾਂ, ਉਹ ਜਿਹੜਾ ਹੈਗਾ ਵਿਦਾਊਟ ਦਾ ਕਲੂਜਨ, ਉਹਨਾਂ ਦੀ ਮਿਲੀ ਭੁਗਤ ਨਾਲ ਜੇਲ੍ਹ ਆਫੀਸ਼ੀਅਲਸ ਤੋਂ ਇਹ ਕੰਮ ਹੋ ਹੀ ਨਹੀਂ ਸਕਦਾ। ਉਹ ਜਿਹੜਾ ਜੇਲ੍ਹ ਪ੍ਰਸ਼ਾਸਨ ਆ ਤਿਹਾੜ ਜੇਲ੍ਹ, ਜਿਹਨੂੰ ਇਹ ਐਪੀ ਸੈਂਟਰ ਮੰਨਦੇ ਆ, ਉਹ ਇਟ ਇਜ਼ ਅੰਡਰ ਦਾ ਕੰਟਰੋਲ ਆਫ ਅਰਵਿੰਦ ਕੇਜਰੀਵਾਲ, ਅਤੇ ਜਿਹੜਾ ਮਿਨਿਸਟਰ ਉਹਦਾ ਇੰਚਾਰਜ ਸੀ ਅੱਗੇ, ਉਹ ਆਪ ਜੇਲ੍ਹ 'ਚ ਸਤਿੰਦਰ ਜੈਨ। ਫਿਰ ਆਨਸਰ, ਪਹਿਲੇ ਤਾਂ ਆਨਸਰ ਉਹ ਦੇਣ ਕਿ ਕਿੱਥੋਂ ਮਿਸਹੈਪ ਹੋਇਆ। ਜੇ ਜੇਲ੍ਹ ਤੁਹਾਡਾ ਜਦੋਂ ਬੰਦਾ ਫੜ ਲਿਆ, ਉਦੋਂ ਤੁਹਾਡੀ ਪ੍ਰਾਪਰਟੀ ਆ, ਤੁਹਾਡੀ ਕਸਟਡੀ 'ਚ ਆ, ਉੱਥੇ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ 'ਚ ਯੂ ਆਰ ਰਿਸਪੋਂਸੀਬਲ। ਇਹ ਆਈ ਥਿੰਕ ਡੀਜੀਪੀ ਪੰਜਾਬ ਨੂੰ ਕਲੈਰੀਫਾਈ ਕਰਨਾ ਚਾਹੀਦਾ। ਕੁਐਸਚਨਿੰਗ ਤਿਹਾੜ ਜੇਲ੍ਹ ਦੀ ਹੋਣੀ ਚਾਹੀਦੀ। ਅੱਗੇ ਹੀ ਤਿਹਾੜ ਜੇਲ੍ਹ ਦੇ ਵਿੱਚ 18 ਅਫਸਰ ਅੰਦਰ ਨੇ ਰੀਸੈਂਟਲੀ, 81 ਆਰ ਅੰਡਰ ਇਨਵੈਸਟੀਗੇਸ਼ਨ। ਕਿਉਂ ਨੇ? ਕਿਉਂਕਿ ਉੱਥੇ ਇੱਕ ਚੰਦਰ ਸ਼ੇਖਰ ਨਾਂ ਦਾ ਕੋਈ ਹੈਗਾ, ਜਿਹੜਾ ਆਹ ਕੋਈ ਫਰਾਡਲੈਂਟ ਬੰਦਾ, ਜਿਹਨੇ ਕਿ ਸਕੈਮਸ ਕੀਤੇ ਹੋਏ ਆ, ਉਹਨੇ ਅੰਦਰੋਂ ਰਹਿ ਕੇ, ਜਿਹੜੇ ਰੈਨਬੈਕਸੀ ਗਰੁੱਪ ਦਾ ਚੇਅਰਮੈਨ ਆ, ਉਹ ਅੰਦਰ ਆਓ, ਭਰਾ ਅੰਦਰ ਨੇ ਦੋਨੋਂ, ਮਾਲਵਿੰਦਰ ਕੇ ਕੀ ਨਾਂ ਉਹਨਾਂ ਦਾ, ਨਹੀਂ, ਉਹਨਾਂ ਤੋਂ 200 ਕਰੋੜ ਰੁਪਏ ਦੀ ਉਹਨੇ ਟ੍ਰਾਂਜੈਕਸ਼ਨ ਕਰਾ ਲਈ ਉਹਦੀ ਵਾਈਫ ਅਦਿੱਤੀ ਸਿੰਘ ਤੋਂ, ਵਾਈਲ ਆਪਰੇਟਿੰਗ ਫਰਮ ਦਾ। ਕਿਵੇਂ ਆਪਰੇਟ ਕਰਦਾ ਸੀ? ਉਹਨੂੰ ਪੂਰਾ ਵਾਰਡ ਦਿੱਤਾ ਹੋਇਆ, ਉੱਥੇ ਪਰਦੇ ਲੱਗੇ ਹੋਏ ਆ, ਹਾਈ ਟੈਕਨੋਲੋਜੀ ਦੇ ਉਹਦੇ ਕੋਲ ਫੋਨਸ ਨੇ। ਇਹ ਤਾਂ ਇਨਵੈਸਟੀਗੇਸ਼ਨ ਏਜੰਸੀ ਕਹਿ ਰਹੀ, ਮੈਂ ਨਹੀਂ ਕਹਿ ਰਿਹਾ। ਚੰਦਰਾ ਸ਼ੇਖਰ ਨਾਂ ਉਹਦਾ, ਉੱਥੋਂ ਬਹਿ ਕੇ ਉਹ ਆਪਰੇਟ ਕਰ ਰਿਹਾ। ਉਹ ਪਿਛਲੇ 1.5 ਸਾਲ ਤੋਂ ਅੰਦਰ ਆ। ਹੁਣ ਜਦੋਂ ਇਨਵੈਸਟੀਗੇਸ਼ਨ ਅਦਿੱਤੀ ਸਿੰਘ ਨੇ ਕੰਪਲੇਂਟ ਕੀਤੀ ਤਾਂ ਇਨਵੈਸਟੀਗੇਸ਼ਨ ਖੁੱਲ੍ਹੀ। ਇਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਟੀਮ ਸੀ, ਉਹਨੂੰ 6 ਮਹੀਨੇ ਤਿਹਾੜ ਜੇਲ੍ਹ 'ਚ ਰੇਡ ਨਹੀਂ ਕਰਨ ਦਿੱਤਾ ਅਰਵਿੰਦ ਕੇਜਰੀਵਾਲ ਨੇ, ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ। ਹੁਣ ਉਹਨਾਂ ਨੇ ਰੇਡ ਕੀਤੀ ਆ ਐਂਡ ਦੇ ਹੈਵ ਅਰੈਸਟਡ 18 ਪਰਸਨ। ਹੁਣ ਉਹ ਚੰਦਰਾ ਸ਼ੇਖਰ ਕਹਿ ਰਿਹਾ ਕਿ ਮੈਂ 12.5 ਕਰੋੜ ਰੁਪਇਆ ਤਿਹਾੜ ਜੇਲ੍ਹ ਦੇ ਆਫੀਸ਼ੀਅਲਸ ਨੂੰ ਦੇ ਚੁੱਕਿਆ। ਉਹ ਗੱਲ ਬਾਹਰ ਤਾਂ ਆਵੇ। ਈਵਨ ਸੰਜੇ ਸਿੰਘ ਆ, ਮੈਂਬਰ ਪਾਰਲੀਮੈਂਟ ਆਪ ਦਾ, ਉਹਦੀ ਘਰ ਵਾਲੀ ਉਹ ਅੰਦਰ ਬੈਠੀ ਹੈ 7 ਸਾਲ ਦਾ ਫਰਾਡ 'ਚ। ਕਿਸ ਫਰਾਡ 'ਚ ਬੈਠੀ ਹੈ? to ripe up the criminal hatreds in Delhi to win an election. ਉਹ ਮਨੀਸ਼ ਸਿਸੋਦੀਆ ਦੀ ਰਹੀ ਹੈਗੀ ਐਡਵਾਈਜ਼ਰ। she is a well educated woman, came from London. She studied in London School of Economics. Before that she is a graduate of Delhi University, I think, or some prestigious college. ਜੇ ਤੁਹਾਡੇ ਨਾਲ ਇੱਦਾਂ ਦੇ ਬੰਦੇ ਐਡਵਾਈਜ਼ਰਸ ਨੇ, ਕੀ ਉਹ ਦਰਬਾਰ ਦਿੱਲੀ ਵਿੱਚ, ਦਿੱਲੀ ਵਾਲਾ ਦਰਬਾਰ ਪੰਜਾਬ 'ਚ ਚੱਲਣਾ ਚਾਹੀਦਾ? ਅੱਗੇ ਪੰਜਾਬ 'ਚ ਥੋੜ੍ਹੇ ਐਨਕਾਊਂਟਰ ਹੋਏ ਆ, ਕੀ ਠੱਲ ਪੈ ਗਿਆ? 2 ਐਨਕਾਊਂਟਰ ਹੁਣੇ ਹੀ ਪਿਛਲੇ ਸਾਲਾਂ 'ਚ 2 ਨਾਮੀ ਗੈਂਗਸਟਰ ਮਾਰੇ ਨੇ। ਜੈਪਾਲ ਮਾਰਿਆ ਅਤੇ ਇੱਕ ਉਹ ਗੌਂਡਰ ਮਾਰਿਆ। ਉਹ ਵੀ ਤਾਂ ਐਨਕਾਊਂਟਰ ਸੀ ਨਾ। ਹੈਵ ਦੈਟ ਸੋਲਵਡ ਐਨੀਥਿੰਗ? ਕੋਈ ਟ੍ਰੇਲ ਉਹਨਾਂ ਦੀ ਬਾਹਰ ਆਈ ਵੀ ਕਿਵੇਂ ਆਪਰੇਟ ਕਰਦੇ ਸੀ? ਹੂ ਆਰ ਦਾ ਪੋਲੀਟੀਸ਼ੀਅਨ? ਜੇ ਆਪਾਂ ਗੈਂਗਸਟਰਿਜ਼ਮ ਦੀ ਹੱਦ ਜਾਣਾ ਨਾ ਜੜ੍ਹ 'ਚ,
ਤਾਂ ਆਪਾਂ ਨੂੰ ਸੰਜੇ ਗਾਂਧੀ ਦਾ ਐਰਾ ਸਾਹਮਣੇ ਲੈ ਕੇ ਆਉਣਾ ਪਊਗਾ। ਕਿਵੇਂ ਉਹਨੇ ਜਗਦੀਸ਼ ਟਾਈਟਲਰ ਵਰਗੇ ਸਟਰੀਟ ਗੁੰਡੇ ਪਾਲੇ, ਉਸ ਤੋਂ ਬਾਅਦ ਉਹਨਾਂ ਨੇ ਜੋ ਕੁਛ ਉਹਨਾਂ ਦਾ ਅੱਜ ਤੱਕ ਵਰਤਾਰਾ ਰਿਹਾ, ਇਹ ਕਿਸੇ ਨੂੰ ਦਿੱਲੀ ਦੀ ਹਿਸਟਰੀ 'ਚੋਂ ਚੈੱਕ ਕਰ ਲੈਣਾ ਚਾਹੀਦਾ ਕਿ ਹੂ ਇਜ਼ ਜਗਦੀਸ਼ ਟਾਈਟਲਰ। ਫਿਰ ਉਹਨਾਂ ਨੇ ਅਗਲਾ ਇੱਕ ਬੰਦਾ ਉਹਨਾਂ ਦਾ ਤੰਦੂਰ ਕਾਂਡ ਜਿਹੜਾ ਯੂਥ ਦਾ ਪ੍ਰਾਈਜ਼ ਸਤੀਸ਼ ਸ਼ਰਮਾ ਨਹੀਂ ਕਿ ਸੁਨੀਲ ਸ਼ਰਮਾ, ਉਹ ਮੇਰੇ ਨਾਲ ਜੇਲ੍ਹ 'ਚ ਵੀ ਰਿਹਾ। ਤੰਦੂਰ ਕਾਂਡ ਇੱਕ ਬੜਾ ਹੀ ਵਹਿਸ਼ਿਆਨਾ ਤਰ੍ਹਾਂ ਦਾ ਕਤਲ ਸੀ, ਕਿਸੇ ਜਿੰਦੇ ਬੰਦੇ ਨੂੰ ਤੰਦੂਰ 'ਚ ਸਾੜ ਦੇਣਾ, ਉਹ ਵੀ ਆਪਣੀ ਜਿਹਦੇ ਨਾਲ ਵਿਆਹ ਹੋਇਆ ਸੀ। ਇਹ ਕਲਚਰ ਚੱਲਿਆ ਫਿਰ ਪੰਜਾਬ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿੱਥੋਂ ਇਹ ਵਧਿਆ ਫੁੱਲਿਆ, ਜਾਂ ਸਪੋਰਟਸ ਕਾਲਜ ਜਲੰਧਰ ਤੋਂ। ਇਹ ਉੱਥੇ ਜੜ੍ਹਾਂ 'ਚ ਜਾਣਾ ਚਾਹੀਦਾ DGP ਨੂੰ, ਵੀ ਕਿਉਂ ਸੁੱਪੂ ਬਣੀ, ਕਿਉਂ ਸੋਈ ਬਣਾਈ ਗਈ, ਕਿਉਂ ਉਹਨਾਂ ਮਿੱਡੂ ਖੇੜੇ ਹੋਣੀ ਕਿਹਦੇ ਮੈਂਬਰ, ਸੋਈ ਦੇ ਮੈਂਬਰਸ, ਬਿਸ਼ਨੋਈ ਕਿਹਦਾ ਮੈਂਬਰ, ਸੋਈ ਦਾ ਮੈਂਬਰ ਜਾਂ ਸੁੱਪੋ ਜੋ ਵਟ ਐਵਰ ਇਟ ਇਜ਼। ਪਰ ਹੂ ਵਾਜ਼ ਗਿਵਿੰਗ ਦੈਮ ਪੋਲੀਟੀਕਲ ਪੈਟਰਨੇਜ, ਹੂ ਵਾਜ਼ ਗਿਵਿੰਗ ਦੈਮ ਮਨੀ ਐਂਡ ਹੂ ਵਾਜ਼ ਪ੍ਰੋਟੈਕਟਿੰਗ ਦੈਮ ਫਰੋਮ ਦ ਪੁਲਿਸ ਕੇਸਿਸ। ਆਪਾਂ ਹੁਣ ਸੁਣਦੇ ਹਾਂ ਕੋਈ ਵੀ ਬੰਦਾ ਫੜਦੇ ਤਾਂ 7 ਮਰਡਰ ਦੇ ਕੇਸਿਸ ਨੇ, ਇਹ ਤਾਂ ਇੰਨੇ। ਹਾਊ ਵੇਅਰ ਇਜ਼ ਦਾ ਜੁਡੀਸ਼ੀਅਲ ਸਿਸਟਮ? ਉਹਨਾਂ ਨੂੰ ਬੇਲ ਦਿੱਤੀ ਕਿਵੇਂ ਜਾ ਰਹੀ ਹੈ? ਮੈਨੂੰ ਤਾਂ 14 ਸਾਲ ਬਾਅਦ ਵੀ ਇਹ ਬੇਲ ਦੇਣ ਨੂੰ ਤਿਆਰ ਨਹੀਂ ਸੀ। ਜਦੋਂ ਮੈਨੂੰ ਦਿੱਤੀ ਆ 16 ਸਾਲ ਬਾਅਦ, ਤਾਂ ਮੈਨੂੰ ਅੰਟਰਮ ਬੇਲ ਦਿੱਤੀ ਸੀ, ਜਿਹਨੂੰ ਕੱਚੀ ਜ਼ਮਾਨਤ ਕਹਿੰਦੇ। ਉਹ ਵੀ ਆਈ ਹੈਵ ਟੂ ਰਿਪੋਰਟ ਟੂ ਦਾ ਪੁਲਿਸ ਸਟੇਸ਼ਨ ਟਵਾਈਸ ਇਨ ਅ ਵੀਕ। ਸ਼ਹਿਰ ਨਹੀਂ ਮੈਂ ਆਪਣਾ ਛੱਡ ਸਕਦਾ, ਮੇਰੇ 'ਤੇ ਹਮੇਸ਼ਾ ਇੰਟੈਲੀਜੈਂਸ ਦਾ ਪਹਿਰਾ ਰਹਿੰਦਾ ਸੀ। ਇਹ ਚੀਜ਼ਾਂ ਮੈਨੂੰ ਆਪ ਇੰਟੈਲੀਜੈਂਸ ਵਾਲੇ ਦੱਸਦੇ, ਕਿਉਂਕਿ ਸਿਵਲੀਅਨ ਕਲੋਜ਼ 'ਚ ਹੁੰਦੇ ਸੀ, ਵੀ ਸਾਨੂੰ ਕਿਹਾ ਗਿਆ। ਮੇਰੇ ਫੋਨ ਮਾਊਂਟਡ ਸੀਗੇ। ਅਤੇ ਆਪਾਂ ਕਿਹੜੇ ਬੰਦਿਆਂ ਨੂੰ ਬਾਹਰ ਛੱਡ ਰਹੇ ਹਾਂ? ਈਵਨ ਜਿਨ੍ਹਾਂ ਦਾ ਐਨਕਾਊਂਟਰ ਹੋਇਆ ਉਹ ਵੀ ਤਾਂ ਜੇਲ੍ਹ 'ਚ ਹੀ ਆਏ ਹੋਏ। ਬੇਲ ਮਿਲੀ ਕਿਵੇਂ? ਹੂ ਆਰ ਦਾ ਗਰੰਟਰਸ? ਪਿੱਛੇ ਤੁਸੀਂ ਇੱਕ ਬਿਆਨ ਦਿੱਤਾ ਇੰਟਰਵਿਊ ਦੇ ਦੌਰਾਨ, ਤੁਸੀਂ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਬਾਹਰਲੇ ਸੂਬਿਆਂ ਦੇ ਬੰਦੇ ਆ ਕੇ ਮਾਰ ਕੇ ਚਲੇ ਗਏ ਇੱਕ ਸਿੱਖ ਜੱਟ ਨੂੰ। ਔਰ ਕਈ ਇੰਟਲੈਕਚੁਅਲਸ, ਕਈ ਬੁੱਧੀਜੀਵੀ, ਕਈ ਪੱਤਰਕਾਰਾਂ ਨੇ ਇਹ ਸਵਾਲ ਚੁੱਕਿਆ ਕਿ ਤੁਹਾਨੂੰ ਇਹ ਗੱਲ ਕਹਿਣੀ ਸ਼ੋਭਾ ਨਹੀਂ ਦਿੰਦੀ, ਕਿਉਂਕਿ ਪੰਜਾਬ ਵਰਗੇ ਸੂਬੇ 'ਚੋਂ ਡਿੰਪੀ ਚੰਦ ਭਾਣ ਵਰਗੇ ਵੀ ਗੈਂਗਸਟਰਸ ਹੋਏ ਆ, ਜਿਨ੍ਹਾਂ ਦੇ ਬਾਹਰ ਜਾ ਕੇ ਮੁਖਤਾਰ ਅੰਸਾਰੀ ਔਰ ਉੱਥੋਂ ਮੁਹੰਮਦ ਸਦੀਕ, ਇਹਨਾਂ ਸਾਰਿਆਂ ਦੇ ਨਾਲ ਜਿੰਨੇ ਵੀ ਸ਼ਾਹਬੂਦੀਨ, ਉਹਨਾਂ ਦੇ ਨਾਲ ਬਿਹਾਰ ਦੇ ਵਿੱਚ ਸ਼ਾਹਬੂਦੀਨ ਵਰਗਿਆਂ ਦੇ ਨਾਲ ਕੰਟੈਕਟ ਰਹੇ, ਔਰ ਇਹਨਾਂ ਨੇ ਉੱਥੇ ਜਾ ਕੇ ਕ੍ਰਾਈਮ ਵੀ ਕੀਤਾ ਹੈਗਾ। ਸੋ ਇਹਦੇ 'ਚ ਅਸੀਂ ਕਿਉਂ ਤੁਸੀਂ ਇਹ ਕਿਉਂ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਸਿੱਖ ਜੱਟ ਨੂੰ ਬਾਹਰਲੇ ਸੂਬਿਆਂ ਦੇ ਬੰਦੇ ਆ ਕੇ ਮਾਰ ਕੇ? ਗੈਂਗਸਟਰ ਜਿਹੜੇ ਹੁੰਦੇ ਆ ਉਹਨਾਂ ਦੀ ਜੇ ਕ੍ਰਿਮੀਨੋਲੋਜੀ ਨੂੰ ਸਮਝਣ ਦੀ ਕੋਸ਼ਿਸ਼ ਕਰੀ, ਉਹਨਾਂ ਨੇ ਤਾਂ ਕ੍ਰਾਈਮ ਹੀ ਕਰਨਾ ਨਾ। ਨਹੀਂ, ਮੇਰਾ ਜਿਹੜਾ ਸੀ ਨਾ ਸਵਾਲ, ਇੱਕ ਪੱਗ ਦੀ ਇੱਕ ਫੇਅਰ ਸੀਗਾ, ਫੇਅਰ ਸਾਈਕੋਸਿਸ ਸੀਗਾ, ਵੀ ਪੱਗ ਵਾਲੇ ਬੰਦੇ ਨੂੰ ਸੋਚ ਕੇ ਕੋਈ ਹੱਥ ਪਾਉਂਦਾ ਸੀ, ਖਾਸ ਕਰਕੇ ਨੌਜਵਾਨ। ਮੈਂ ਸਰਕਮਸਟਾਂਸਿਸ ਦੇਖੇ ਆ। ਉੱਥੇ ਇੱਕ ਅਫਸਰ ਨੇ ਮੈਨੂੰ ਇੱਦਾਂ ਦਾ, ਜਿਵੇਂ ਹੁਣ ਕਿਸੇ ਕਲਿੱਪ 'ਚ ਆ ਰਿਹਾ ਵੀ ਗਿਆਨੀ ਐਡਰੈਸ ਕਰ ਰਿਹਾ ਮੂਸੇ ਵਾਲੇ ਨੂੰ, ਜਦੋਂ ਦੱਸਦੇ ਆ ਵੀ ਅਸੀਂ ਗਿਆਨੀ ਮਾਰਤਾ। ਉੱਥੇ ਕਿਸੇ ਨੇ ਸਿਰਫ ਮੈਨੂੰ 12 ਵਜੇ ਵਾਲਾ ਟੌਂਟ ਦੇਣ ਦੀ ਕੀਤੀ ਸੀ ਕੋਸ਼ਿਸ਼, ਤਿਹਾੜ 'ਚ। ਉਹ ASI ਸੀਗਾ, ਮੈਨੂੰ ਨਾਮ ਭੁੱਲ ਗਿਆ ਉਹਦਾ। ਮੈਨੂੰ ਪਹਿਲੇ ਸਮਝ ਨਹੀਂ ਆਈ, ਮੈਂ ਪਿੱਛੇ ਮੁੜ ਕੇ ਉਹਦੀ ਵਰਦੀ ਸ਼ਰਟ ਪਾੜ ਕੇ ਉਹਦੇ ਹੱਥ 'ਚ ਫੜਾ ਦਿੱਤੀ ਸੀ। ਮੈਂ ਕਿਹਾ ਅੱਗੇ ਤੋਂ ਸੋਚ ਕੇ ਐਂ ਕਰਦੇ ਸੀ 12 ਵਜੇ। ਮੈਂ ਕਿਹਾ ਕਿ ਲੋਕੀ 'ਚ ਇਹ ਨਹੀਂ ਸੀ ਕਿ ਸਿੱਖਾਂ ਦਾ ਇੱਕ ਸਤਿਕਾਰ ਸੀ। ਮੈਂ 4 ਸਾਲ ਰਿਹਾ ਤਿਹਾੜ ਜੀ, 14 ਸਾਲ ਮੈਂ ਅਮਰੀਕਨ ਦੀ ਟਫੈਸਟ ਪ੍ਰਿਜ਼ਨ 'ਚ ਰਿਹਾ। ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸਕ੍ਰਿਮਿਸ਼ ਹੋ ਜੇ। ਇੱਕ ਵੀ ਕੋਈ ਸਕ੍ਰਿਮਿਸ਼ ਦਾ ਮੇਰਾ ਦਿਖਾ ਦਿਓ ਕਿੱਥੇ ਮੈਨੂੰ ਕੋਈ ਡਿਸਰਿਸਪੈਕਟ ਹੋਈ ਹੋਵੇ। ਇਹ ਜਿਹੜੀ ਇੱਕ ਸਿੰਬਲ ਸੀਗਾ ਮੂਸੇ ਵਾਲਾ, ਇੱਕ ਆਈਕਨ ਬਣਿਆ ਹੈ ਮਰਨ ਤੋਂ ਬਾਅਦ। ਪਹਿਲੇ ਠੀਕ ਆ, ਜਾਣਿਆ ਜਾਂਦਾ ਸੀ, ਇਹਨੇ ਗਨ ਕਲਚਰ ਪ੍ਰਮੋਟ ਕੀਤਾ, ਅਲਟੀਮੇਟਲੀ ਹੀ ਪੇਡ ਦਾ ਪ੍ਰਾਈਸ। ਭਾਵੇਂ ਲਾਈਫ 'ਚ ਕਿੰਨਾ ਸਿੰਪਲ ਹੋਵੇ, ਪਰ ਦਾ ਵੇ ਹੀ ਪ੍ਰੋਜੈਕਟਡ ਦਾ ਸੌਂਗਸ, ਉਹ ਸਾਰੇ ਗਨ ਕਲਚਰ, ਫਲੈਸ਼ੀ ਕਾਰਸ, ਆਪਣੀ ਜਿਹੜੀ ਨੌਜਵਾਨ ਆ ਨਾ ਪੰਜਾਬ ਦਾ, ਇਹਦੇ 'ਚ ਐਮਟੀਨੈਸ ਆ ਚੁੱਕੀ। ਤਾਂ ਹੀ ਮੈਂ ਤੁਹਾਨੂੰ ਪਹਿਲੇ ਆਪਾਂ ਸ਼ੁਰੂ ਇੱਥੋਂ ਕੀਤਾ ਕਿ ਲੋਕੀ ਮਿਰਾਜ ਦੀ ਤਲਾਸ਼ 'ਚ ਆ, ਵੀ ਸ਼ਾਇਦ ਮਿਰਾਜ ਰਿਐਲਿਟੀ ਹੋਵੇ। ਮਿਰਾਜ ਪਰ ਕਦੀ ਰਿਐਲਿਟੀ ਨਹੀਂ ਹੁੰਦੇ। ਇਹਨਾਂ ਨੇ ਉਹ ਮਿਰਾਜ ਬੁਣੇ ਜਿਹੜੇ ਕਿ ਰਿਐਲਿਟੀ ਤੋਂ ਬਹੁਤ ਦੂਰ ਆ। ਉਹ ਜਿਹੜੀਆਂ ਗੰਨਾਂ ਫਲੋਟ ਕਰਦੇ ਸੀ ਉਹ ਕਿੱਥੇ ਗਈਆਂ? ਮੈਂ ਜਿਹੜਾ ਸਵਾਲ ਉਠਾਇਆ ਸੀ ਕਿ ਬਾਹਰਲਾ ਬੰਦਾ ਜੁਰਤ ਹੀ ਕਿਵੇਂ ਕਰ ਦੂ। ਮੈਂ ਮੁਖਤਿਆਰ ਅੰਸਾਰੀ ਨੂੰ ਪੁੱਛਿਆ ਸੀ ਕਿ ਤੁਸੀਂ ਯਾਰ ਪੰਜਾਬ 'ਚ ਕਿਉਂ ਨਹੀਂ ਅਪਰੇਟ ਕਰਦੇ? ਡਿੰਪੀ ਚੰਦ ਭਾਣ 'ਤੇ ਵੀ ਆਪਾਂ ਆਉਣੇ। ਕਹਿੰਦਾ ਯਾਰ ਇੱਥੇ ਪੁਲਿਸ ਕੁੱਟਦੀ ਬਹੁਤ ਆ। ਇਹ ਮੁਖਤਾਰ ਅੰਸਾਰੀ ਨੇ, ਇਹ ਮੁਖਤਿਆਰ ਹਜੇ ਵੀ ਜਿੰਦਾ ਹੀ ਮੁਖਤਿਆਰ ਅੰਸਾਰੀ ਬੰਦਾ ਜੇਲ੍ਹ 'ਚ, ਯੂ ਕੈਨ ਕਨਫਰਮ। ਕਹਿੰਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਇੱਥੇ, ਵੀ ਵੀ ਕੈਨ ਮੈਨੇਜ ਯੂਪੀ ਪੁਲਿਸ, ਬਿਹਾਰ ਪੁਲਿਸ, ਹੋਰ ਕਰ ਲਾਂਗੇ। ਦਿੱਲੀ ਪੁਲਿਸ 'ਚ ਵੀ ਉਹਦਾ ਜਦੋਂ ਤਿਹਾੜ ਜੇਲ੍ਹ 'ਚ ਉਹਦਾ ਸੁਪਰਡੈਂਟ ਨਾਲ ਕਲੈਸ਼ ਹੋ ਗਿਆ। ਫਿਰ ਐਡਮਿਨਿਸਟ੍ਰੇਸ਼ਨ ਨੇ ਮੈਨੂੰ ਕਿਹਾ ਵੀ ਇਹਨੂੰ ਸਮਝਾਓ, ਕਿਉਂਕਿ ਉਹ ਤੋਂ ਡਰਦੇ ਸੀ, ਕਿਉਂਕਿ ਇਹਨੇ ਲਖਨਊ ਦਾ ਸੁਪਰਡੈਂਟ ਮਾਰਤਾ ਸੀ।
ਇਹਦੇ ਤੇ ਉਹ ਕੇਸ ਪਿਆ ਸੀ, ਉਹ 'ਚ ਪਤਾ ਨਹੀਂ ਬਰੀ ਹੋ ਗਿਆ ਕੀ ਹੋਇਆ, ਦੈਟ ਆਈ ਡੋਂਟ। ਸਿਟਿੰਗ ਸੁਪਰਡੈਂਟਾਂ ਦਾ ਝਗੜਾ ਹੋਇਆ ਸਵੇਰੇ, ਸ਼ਾਮ ਨੂੰ ਬੰਦਾ ਮਾਰਦਾ। ਇਸ ਕਰਕੇ ਨੋਰਮਲੀ ਸੀਗਾ ਉਹ ਸੁਪਰਡੈਂਟ, ਬਾਅਦ 'ਚ ਦਿੱਲੀ ਵਾਲਾ ਬਦਲੀ ਕਰਾ ਗਿਆ ਆਪਣੀ। ਉਹਨੇ ਕਿਸੇ IGP ਨਾਲ ਗੱਲ ਕੀਤੀ ਯੂਪੀ 'ਚ, ਉਹ ਕਹਿੰਦਾ ਸ਼ਿਫਟ ਹੋ ਜਾ, ਕਨਫਰੰਟ ਨਾ ਕਰੀ ਇਹਨੂੰ। ਪਰ ਉਹ ਬੰਦੇ ਵੀ ਪੰਜਾਬ 'ਚ ਨਹੀਂ ਆਉਣ। ਜੇ ਡਿੰਪੀ ਚੰਦਪਾਨ ਹੋਣਾ ਦੇ ਲਿੰਕ ਸੀਗੇ ਸ਼ਾਹਬੂਦੀਨ ਹੋਣਾ ਨਾਲ, ਮੁਖਤਿਆਰ ਅੰਸਾਰੀ ਦਾ ਦੋਸਤ ਸੀ ਉਹ, ਪਰ ਦੈਟ ਡਜ਼ਨਟ ਮੀਨ ਕਿ ਉਹਨਾਂ ਨੇ ਜਾ ਕੇ ਯੂਪੀ ਬਿਹਾਰ ਸਿੰਗਰ ਮਾਰਤੇ। ਜਾਂ ਜਿਹੜੀ ਕੋਈ ਪ੍ਰਾਈਡ ਨਾਲ ਜੁੜੀ ਹੋਈ ਗੱਲ ਸੀ, ਮੂਸੇ ਵਾਲਾ ਇੱਕ ਸੋਹਣਾ ਚਿਹਰਾ ਸੀ, ਪੱਗ ਬੰਨ੍ਹਦਾ ਸੀ, ਇੱਕ ਸਿੰਬਲ ਤਾਂ ਸੀ ਨਾ। ਕਿੰਨੇ ਕੁ ਸਿੰਗਰ ਪੱਗ ਬੰਨ੍ਹਦੇ ਆ, ਗਾਉਂਦੇ ਤਾਂ ਪੰਜਾਬੀ ਆ ਨਾ। ਇਹ ਕਲਚਰ ਨੂੰ ਜਿਹੜਾ ਗਨ ਕਲਚਰ ਆ, ਮੈਂ ਤੁਹਾਡੇ ਰਾਹੀਂ ਵੀ ਕਹਿਣਾ ਚਾਹੂੰਗਾ ਕਿ ਦਿਸ ਹੈਜ਼ ਟੂ ਸਟੋਪ। ਜਿਹੜੀ ਐਮਟੀਨੈਸ ਯੂਥ 'ਚ ਆ ਰਹੀ ਆ, ਉਹ ਗੋਲੀਆਂ ਨਾਲ ਨਹੀਂ ਭਰਨੀ, ਉਹਦੇ ਵਿੱਚ ਥਾਟ ਪ੍ਰੋਸੈਸ ਲਿਆਉਣਾ ਪਊਗਾ। ਸੋ ਦੋ ਗੱਲਾਂ। ਇੱਕ ਗੱਲ ਤੁਹਾਡੀ ਗੱਲ 'ਚੋਂ ਗੱਲ ਫੜਦਾ ਮੈਂ, ਤੁਸੀਂ ਕਿਹਾ ਕਿ ਜੋ ਗੀਤ ਜਿਸ ਤਰੀਕੇ ਦੇ ਨਾਲ ਸਿੱਧੂ ਗਾ ਰਿਹਾ ਸੀਗਾ, ਉਹਦਾ ਖਮਿਆਜ਼ਾ ਉਹਨੂੰ ਭੁਗਤਣਾ ਪਿਆ। ਇਹੀ ਗੱਲ ਤਾਂ ਸੇਮ ਗੋਲਡੀ ਬਰਾੜ ਵੀ ਕਹਿੰਦਾ ਆਪਦੀ ਇੰਟਰਵਿਊ ਦੇ ਵਿੱਚ, ਉਹ ਵੀ ਸੇਮ ਹੀ ਚੀਜ਼ ਕਹਿੰਦਾ ਪਿਆ ਕਿ ਉਹਨੂੰ ਬਹੁਤ ਸ਼ੌਂਕ ਸੀਗਾ ਬੰਦੂਕਾਂ ਦਾ, ਬਦਮਾਸ਼ੀ ਦਾ ਬਹੁਤ ਸ਼ੌਂਕ ਸੀ, ਅਸੀਂ ਉਹਦਾ ਭੂਤ ਲਾਤਾ। ਸ਼ੌਂਕ ਰੱਖਿਆ, ਠੀਕ ਆ, ਉਹਨੇ ਪ੍ਰੋਜੈਕਟ ਕੀਤਾ, ਉਹਦੇ ਗਾਣੇ ਵਿਕੇ। ਪਰ ਮੈਂ ਹੁਣ ਵੀ ਇਹ ਗੱਲ ਕਹਿਣਾ ਕਿ ਇਹ ਜਿਹੜਾ ਗੋਲਡੀ ਬਰਾੜ ਜਾਂ ਹੂਸਐਵਰ ਦੇ ਆਰ ਨਹੀਂ, ਇਹ ਇੱਕ ਆਪਣੇ ਅੱਗੇ ਮਹਾਰਾਜ ਆ, ਇਹਨਾਂ ਦੇ ਪਿੱਛੇ ਕੋਈ ਹੋਰ ਤਾਕਤ। ਮੇਰੇ ਨਾਲ ਗੁਲਸ਼ਨ ਕੁਮਾਰ ਦਾ ਭਰਾ ਰਿਹਾ ਤਿਹਾੜ ਜੇਲ੍ਹ 'ਚ, ਜਿਹਨੂੰ ਕਿ T ਸੀਰੀਜ਼ ਦਾ ਜਿਹੜਾ ਮਾਲਕ ਸੀ, ਉਹ ਸੀਗਾ ਕ੍ਰਿਕਟ ਦੀ ਬੈਟਿੰਗ ਦੇ ਚੱਕਰ 'ਚ ਅੰਦਰ, ਕ੍ਰਿਸ਼ਨ ਕੁਮਾਰ 2-3 ਮਹੀਨੇ ਉੱਥੇ ਰਿਹਾ। ਉਹ ਮੈਨੂੰ ਗੱਲ ਦੱਸਦਾ ਸੀ ਵੀ ਜਦੋਂ ਗੁਲਸ਼ਨ ਕੁਮਾਰ ਦੀ ਕਤਲ ਹੋਇਆ, ਉਹਨੂੰ ਸਿੱਧਾ ਪੁਲਿਸ ਨੇ ਐਂਗਲ ਦਿੱਤਾ ਅੰਡਰਵਰਲਡ ਦੀ ਹੈਡ। ਜਦੋਂ ਉਹਦੀ ਇਨਵੈਸਟੀਗੇਸ਼ਨ ਹੋਈ ਡੀਪਰ, ਤਾਂ ਫਿਰ ਕਿਸੇ ਹੋਰ ਜਿਹੜੀਆਂ ਰਾਈਵਲ ਮਿਊਜ਼ਿਕ ਕੰਪਨੀਆਂ ਸੀਗੀਆਂ, ਉਹਨਾਂ ਦਾ ਨਾਂ ਉੱਠਿਆ ਸੀ। ਹੁਣੇ ਪਿੱਛੇ ਜੇ ਟ੍ਰਿਬਿਊਨ 'ਚ ਪੂਰੀ ਸਟੋਰੀ ਲੱਗੀ ਆ ਕਿ ਜਿਹੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਹੈ, ਇਹਦਾ ਐਨੂਅਲ ਰੈਵਨਿਊ ਹੈਗਾ 60,000 ਕਰੋੜ ਰੁਪਇਆ। 5,000 ਦੇ ਕਰੀਬ ਨਵੇਂ ਮਿਊਜ਼ਿਕ ਵੀਡੀਓਜ਼ ਆਉਂਦੇ ਨੇ ਐਵਰੀ ਈਅਰ। ਇਹਦਾ ਜਿਹੜਾ ਗਰੋਥ ਪੋਟੈਂਸ਼ੀਅਲ ਦੱਸਿਆ ਸੀ ਉਹਨਾਂ ਨੇ 15%, ਜਿਹੜਾ ਹੈਗਾ ਬਾਲੀਵੁੱਡ ਦਾ ਮਿਊਜ਼ਿਕ, ਉਹਦਾ ਪੋਟੈਂਸ਼ੀਅਲ ਹੈਗਾ ਲੱਖ ਕਰੋੜ ਰੁਪਇਆ, ਪਰ ਉਹਦੀ ਗਰੋਥ ਰੇਟ ਹੈਗੀ ਹੈ 10%। ਪੰਜਾਬੀ ਮਿਊਜ਼ਿਕ ਇੰਡਸਟਰੀ ਜ਼ਿਆਦਾ ਵੱਧ ਰਹੀ ਹੈ, ਅਤੇ ਸੋਲੀ ਬੇਸਡ ਔਨ ਉਸ ਤਰ੍ਹਾਂ ਦੇ ਸਿਨੈਰੀਓ ਬਿਲਡਅਪ ਕੀਤੇ ਜਾ ਰਹੇ ਨੇ ਜਿਹੜੇ ਕਿ ਰਿਐਲਿਟੀ ਤੋਂ ਬਹੁਤ ਦੂਰ ਆ। ਅਸੀਂ ਸਰ ਗਨ ਕਲਚਰ ਦੀ ਜਦੋਂ ਗੱਲ ਕਰਦੇ ਹਾਂ ਤਾਂ ਅਸੀਂ ਅਕਸਰ ਜਿਹੜੇ ਪੱਤਰਕਾਰ ਹੁੰਦੇ ਉਹ ਸਵਾਲ ਕਰਦੇ ਆ ਸਿੰਗਰਸ ਨੂੰ ਕਿ ਤੁਸੀਂ ਵਾਇਲੈਂਸ ਨੂੰ ਪ੍ਰਮੋਟ ਕਰਦੇ ਪਏ ਹੋ, ਅਤੇ ਅੱਗੋਂ ਦੀ ਉਹਨਾਂ ਦਾ ਜਵਾਬ ਇਹ ਹੁੰਦਾ ਹੈ ਕਿ ਜਿਵੇਂ ਮੰਟੋ ਸੀਗਾ, ਮੰਟੋ ਕਹਿੰਦਾ ਕਿ ਜੋ ਮੈਂ ਦੇਖਦਾ ਮੈਂ ਉਹ ਲਿਖਦਾ, ਭਾਵੇਂ ਉਸ ਜ਼ਮਾਨੇ ਨੂੰ ਨਾਕਾਬਿਲੇ ਬਰਦਾਸ਼ਤ ਵੀ ਕਹਿੰਦਾ ਰਿਹਾ। ਇਹ ਸਿੰਗਰ ਇਹ ਕਹਿੰਦੇ ਹੈਗੇ ਗਨਜ਼ ਵੀ ਸਮਾਜ ਦਾ ਹਿੱਸਾ ਹੈ, ਪੰਜਾਬ ਦੇ ਵਿੱਚ ਗਨਜ਼ ਵੀ ਰਹੀਆਂ ਹੈਗੀਆਂ, ਇਹ ਕਲਚਰ ਰਿਹਾ ਹੈਗਾ, ਜੋ ਅਸੀਂ ਦੇਖਿਆ, ਜੋ ਅਸੀਂ ਸੁਣਿਆ, ਜੋ ਅਸੀਂ ਪੜ੍ਹਿਆ, ਉਹਨੂੰ ਅਸੀਂ ਗੀਤ ਰਾਹੀਂ ਭੇਜਦੇ ਪਏ ਹਾਂ ਲੋਕਾਂ ਤੱਕ। ਇਹ ਕਿੰਨੀ ਕੁ ਜਾਇਜ਼ ਇੱਕ ਡਿਬੇਟ ਦੇ ਵਿੱਚ ਤਰਕ ਰਹਿੰਦਾ? ਮਤਲਬ ਕਿ ਤੁਸੀਂ ਨਾ ਨੈਰੇਟਿਵ ਇੱਦਾਂ ਦਾ ਬਣਦਾ, ਜਿਹੜੀ ਮੈਂ ਮਿਊਜ਼ਿਕ ਇੰਡਸਟਰੀ ਵਾਲੀ ਗੱਲ ਕਰ ਰਿਹਾ ਸੀ ਨਾ, ਕਿ ਕਿਉਂਕਿ ਮੂਸੇ ਵਾਲੇ ਨੇ ਪਹਿਲੇ ਕਿਸੇ ਨਾਲ ਕੰਟਰੈਕਟ ਸੀਗਾ ਇਹਦਾ, ਫਿਰ ਕੰਟਰੈਕਟ ਟੁੱਟ ਗਿਆ, ਜੋ ਹੁਣ ਬਾਹਰ ਆ ਰਿਹਾ ਖਬਰ। ਇਹ ਪਹਿਲਾ ਬੰਦਾ ਸੀ ਜਿਹਨੇ ਆਪਣੀ ਮਿਊਜ਼ਿਕ ਕੰਪਨੀ ਚਲਾਈ, ਸਿੱਧਾ ਵੀਡੀਓ ਪਾਉਂਦਾ ਸੀ, ਆਪ ਹੀ ਰਿਲੀਜ਼ ਕਰਦਾ ਸੀ। ਉਹਦੇ ਨਾਲ 3 ਜਿਹੜੀਆਂ ਕੰਪਨੀਆਂ ਸੀਗੀਆਂ ਜਲੰਧਰ 'ਚ, ਉਹਨਾਂ ਦੇ ਬਿਜ਼ਨਸ ਨੂੰ ਬਹੁਤ ਵੱਡੀ ਹਿੱਟ ਹੋਈ ਆ। ਉਹ ਸਲਾਈਡ ਕੇ ਸ਼ਾਇਦ ਮੇਰੇ ਖਿਆਲ 1-2 ਤਾਂ ਬੰਦ ਵੀ ਹੋ ਗਈਆਂ। ਉਹ ਵੀ ਐਂਗਲ ਆਈ ਥਿੰਕ ਇਨਵੈਸਟੀਗੇਸ਼ਨ 'ਚ ਆਉਣਾ ਚਾਹੀਦਾ। ਜਿੱਥੋਂ ਤੱਕ ਤੁਸੀਂ ਕਿਹਾ ਵੀ ਜਿੱਦਾਂ ਦੀ ਜਨਤਾ ਭਾਲਦੀ ਅਸੀਂ ਉੱਦਾਂ ਦਾ ਹੀ ਗਾਉਣੇ ਆ, ਇਹ ਨੈਰੇਟਿਵਸ ਬਿਲਡ ਕੀਤੇ ਗਏ, ਕਿਉਂਕਿ ਪੰਜਾਬ ਦੇ ਨੈਰੇਟਿਵ ਦੇ ਵਿੱਚ ਅੱਜ ਵੀ ਦੁੱਲੇ ਭੱਟੀ ਹੁਣਾਂ ਦੀਆਂ ਗਾਥਾਵਾਂ ਚੱਲਦੀਆਂ ਨੇ, ਨਹੀਂ ਜੱਗੇ ਡਾਕੂ ਦੀਆਂ ਗੱਲਾਂ ਹੁੰਦੀਆਂ ਨੇ, ਮਾਣ ਨਾਲ ਹੁੰਦੀਆਂ ਨੇ। ਇਹ ਇੱਕ ਕਲਚਰ, ਉਹ ਰੋਬਿਨ ਹੁੱਡ ਕਲਚਰ ਇਹ ਚੱਲਦਾ ਰਿਹਾ ਕਿ ਇਹ ਜ਼ੁਲਮ ਦੇ ਖਿਲਾਫ ਲੜਦੇ ਸੀ, ਕਿਉਂਕਿ ਦੁੱਲੇ ਭੱਟੀ ਦਾ ਪਿਓ ਉਸ ਟਾਈਮ ਦਾ ਜਿਹੜਾ ਵਜ਼ੀਰ ਸੀ ਲਾਹੌਰ ਦਾ, ਉਹਨੂੰ ਪਬਲਿਕਲੀ ਹੈਂਗ ਕਰਤਾ ਸੀ ਜਸਟ ਫॉर ਅ ਮਾਈਨਰ ਅਫੈਂਸ। ਉਸ ਕਰਕੇ ਇਹ ਉੱਠਿਆ, ਇਹਦੇ ਨਾਲ ਗਾਥਾ ਜੁੜੀ। ਪੰਜਾਬ ਵਿੱਚ ਲੋਕ ਗਾਥਾ ਹਮੇਸ਼ਾ ਵਾਰੀਅਰ ਟਾਈਪ ਰਹੀ ਆ ਕਿ ਅਸੀਂ ਵਾਰੀਅਰ ਆ, ਅਸੀਂ ਬੜੇ ਸ਼ੇਰ ਹੁੰਦੇ ਆ। ਉਹ ਇੱਕ ਬੜਾ ਫਾਲਸ ਨੈਰੇਟਿਵ ਆ। ਜੇ ਸ਼ੇਰ ਦੇਖਣਾ ਤਾਂ ਫਿਰ ਚੈਚਨ ਜਾ ਕੇ ਦੇਖੋ, ਇਹ ਕਿਵੇਂ ਲੜੇ ਰਸ਼ੀਆ ਦੇ ਔਨਸਲੌਟ, ਜਾ ਕੇ ਆਇਰਿਸ਼ ਦੇਖੋ ਕਿਵੇਂ ਸਦੀਆਂ ਬੱਧੀ ਬ੍ਰਿਟਿਸ਼ ਅੰਪਾਇਰ ਨਾਲ ਲੜੇ, ਸਕਾਟਿਸ਼ ਦੇਖੋ, ਬਰੇਵ ਹਾਰਟ ਮੂਵੀ ਦੇਖੋ, ਫਿਰ ਪਤਾ ਲੱਗੂ ਬਰੇਵਰੀ ਕੀ ਹੁੰਦੀ ਹੈ।
ਈਵਨ ਮੈਂ ਇੱਦਾਂ ਦੇ ਗੋਰਿਆਂ ਨੂੰ ਵੀ ਜਾਣਦਾ ਜਿਹੜੇ ਕਿ ਕੈਥਲਿਕ ਧਰਮ ਦੇ ਬੰਦੇ, ਹੋਰ ਵੀ ਹੋਣਗੇ, ਉਹ ਆ ਕੇ ਐਜ਼ ਏ ਪ੍ਰਾਈਵੇਟ ਸਿਟੀਜ਼ਨ ਜਦੋਂ ਰਸ਼ੀਆ ਨੇ ਇਨਵੇਡ ਕੀਤਾ ਅਫਗਾਨਿਸਤਾਨ, ਉਹ ਮੁਜਾਹਿਦੀਨਾਂ ਦੇ ਨਾਲ ਆ ਕੇ ਉਹਨਾਂ ਨੇ ਕੀਤੀ ਹੈਗੀ, ਹੈਲਪ ਕੀਤੀ ਆ, ਨਾਲ ਲੜੇ ਆ। ਇਹਦਾ ਮਤਲਬ ਕੋਈ ਦਲੇਰੀ ਆ ਤਾਂ ਹੀ ਲੜੇ ਆ। ਸੋ ਇਹ ਆਪਾਂ ਫੈਕਟਰ ਜਿਹੜਾ ਪੰਜਾਬ 'ਚ ਬੁਣਿਆ ਗਿਆ ਕਿ ਪੰਜਾਬੀ ਤਾਂ ਬਹੁਤ ਦਲੇਰ ਆ, ਉਦੋਂ ਵੱਧ ਜਿਹੜੇ ਕਹਿੰਦੇ ਵੀ ਸਿੱਖ ਤਾਂ 1.25 ਲੱਖ ਸੇ ਲੜਾਊ, ਉਹ ਜਿਹੜਾ ਨੈਰੇਟਿਵ ਬੁਣੇ ਗਏ ਉਹਦਾ ਜਿਹੜਾ ਗੈਪਸ ਉਹ ਵੱਧਦੇ ਗਏ ਸੋਸਾਇਟੀ ਨਾਲ, ਕਿਉਂਕਿ ਰਿਐਲਿਟੀ ਕੁਛ ਹੋਰ ਆ, ਦੱਸਿਆ ਕੁਛ ਹੋਰ ਜਾ ਰਿਹਾ। ਜਿਹੜੀ ਵਿਚਾਲੇ ਸੌਫਟਨੈਸ ਦੀ ਲੇਅਰ ਆ ਦੈਟ ਹੈਜ਼ ਫੇਡਡ, ਉਹਨੂੰ ਇਹਨਾਂ ਨੇ ਭਰਿਆ ਹੈਗਾ ਇਸ ਤਰ੍ਹਾਂ ਦੇ ਦੇ ਕੇ ਨੈਰੇਟਿਵ ਵੀ ਐਂ ਦੇਖੋ ਐਂ ਜੀਆ ਜਾ ਸਕਦਾ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਹਮੇਸ਼ਾ ਇਹ ਗਿਲਾ ਸ਼ਿਕਵਾ ਰਿਹਾ, ਜਿੰਨੀ ਦੇਰ ਤੱਕ ਉਹ MP ਨਹੀਂ ਰਹੇ। ਉਹਨਾਂ ਨੇ ਕਿਹਾ ਕਿ ਮੀਡੀਆ ਨੇ ਉਹਨਾਂ ਨੂੰ ਦਰਕਨਾਰ ਕਰਤਾ, ਲੇਕਿਨ ਜਦੋਂ ਉਹਨਾਂ ਦਾ ਇਹ ਬਿਆਨ ਆਉਂਦਾ ਭਗਤ ਸਿੰਘ ਨੂੰ ਲੈ ਕੇ, ਸ਼ਹੀਦ ਆਜ਼ਮ ਭਗਤ ਸਿੰਘ ਨੂੰ ਲੈ ਕੇ, ਮੈਂ ਭਗਤ ਸਿੰਘ ਇਕੱਲਾ ਨਹੀਂ ਕਹੂੰਗਾ, ਹੁਣ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਹੀ ਕਹੂੰਗਾ ਤਾਂ ਕਿ ਇਹ ਜਿਹੜਾ ਫਾਲਸ ਨੈਰੇਟਿਵ ਬਣਨ ਦੀ ਕੋਸ਼ਿਸ਼ ਹੁੰਦੀ ਉਹਨੂੰ ਭੰਗ ਕੀਤਾ ਜਾਵੇ। ਉਹ ਕਹਿੰਦੇ ਕਿ ਮੈਨੂੰ ਮੀਡੀਆ ਨੇ ਜਗ੍ਹਾ ਨਹੀਂ ਦਿੱਤੀ, ਮੇਰੇ ਬਿਆਨ ਨਹੀਂ ਛਾਪਦੇ ਸੀ, ਮੇਰੀਆਂ ਗੱਲਾਂ ਨਹੀਂ ਹੋ ਰਹੀਆਂ ਸੀਗੀਆਂ। ਦੂਜੇ ਪਾਸੇ ਮੈਂ ਇੱਕ ਬਿਆਨ ਸੁਣਿਆ ਪੰਜਾਬ ਦੇ DGP ਗੌਰਵ ਯਾਦਵ ਹੋਰਾਂ ਦਾ, ਉਹਨਾਂ ਨੇ ਸਾਫ਼ ਇੰਟਰਵਿਊ ਦੇ ਵਿੱਚ ਇਹ ਕਿਹਾ ਕਿ ਅਸੀਂ ਗੈਂਗਸਟਰਸ ਨੂੰ, ਮੀਡੀਆ ਗੈਂਗਸਟਰਸ ਨੂੰ ਗਲੋਰੀਫਾਈ ਕਰਦਾ ਪਿਆ। ਇੱਕ ਪਾਸੇ ਜਦੋਂ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਨਹੀਂ ਛਪਦੇ ਸੀਗੇ ਉਨੀ ਦੇਰ ਤੱਕ ਜਿਹੜੀ ਇਹ ਨਜਾਇਜ਼ ਡਿਬੇਟ ਸੀਗੀ ਨਹੀਂ ਹੁੰਦੀ ਸੀਗੀ, ਦੂਜੇ ਪਾਸੇ DGP ਗੌਰਵ ਯਾਦਵ ਦਾ ਇੱਕ ਬਿਆਨ ਆਉਂਦਾ ਹੈ ਕਿ ਮੀਡੀਆ ਗਲੋਰੀਫਾਈ ਕਰਦੀ ਪਈ ਗੈਂਗਸਟਰਸ ਨੂੰ। ਮੈਂ ਸਰ ਤੁਹਾਡੇ ਹੀ ਬੈਕਗਰਾਊਂਡ ਦੇ ਵਿੱਚੋਂ ਜਾਣਨਾ ਚਾਹੁੰਦਾ ਕਿ ਮੀਡੀਆ ਦੀ ਸਿੱਧੂ ਦੇ ਪੂਰੇ ਮਾਮਲੇ ਦੇ ਵਿੱਚ, ਗੋਲਡੀ ਬਰਾੜ ਦੇ ਪੂਰੇ ਮਾਮਲੇ ਦੇ ਵਿੱਚ ਕੀ ਭੂਮਿਕਾ ਰਹੀ ਆ, ਔਰ ਕਿੱਥੇ ਤੁਹਾਨੂੰ ਇੰਝ ਲੱਗਦਾ ਹੈਗਾ ਕਿ ਮੀਡੀਆ ਗਲਤੀਆਂ ਕਰ ਗਿਆ? ਮੀਡੀਆ ਬਾਰੇ ਨਾ ਹੁਣੇ ਚੀਫ ਜਸਟਿਸ ਆਫ ਇੰਡੀਆ NV ਰਵਾਨਾ ਉਹਨਾਂ ਨੇ ਰਾਂਚੀ ਦੇ ਇੱਕ ਲਾਅ ਕਾਨਫਰੰਸ ਵਿੱਚ ਬੋਲਿਆ ਕਿ ਕੀ ਪ੍ਰੈਜ਼ੈਂਟ ਸਟੇਟ ਆ ਮੀਡੀਆ ਦੀ ਇੰਡੀਆ 'ਚ। ਉਹਨਾਂ ਨੇ ਖਾਸ ਕਰਕੇ ਹਿੱਟ ਕੀਤਾ ਹੈਗਾ ਇਲੈਕਟ੍ਰੋਨਿਕ ਮੀਡੀਆ 'ਤੇ। ਉਹ ਕਹਿੰਦੇ ਅਜੇ ਪ੍ਰਿੰਟ ਮੀਡੀਆ ਵਿੱਚ ਕੁਛ ਜਾਣ ਹੈਗੀ ਆ, ਤੱਥ ਹੈਗੇ ਆ। ਸੋਸ਼ਲ ਮੀਡੀਆ 'ਤੇ ਵੀ ਉਹਨਾਂ ਨੇ ਬੜੇ ਹੀ ਨੈਗੇਟਿਵ ਨੈਰੇਟਿਵ ਦਿੱਤਾ। ਸੋ ਇਹਦਾ ਮਤਲਬ ਇਹ ਡਿਬੇਟ ਤਾਂ ਇੰਡੀਆ 'ਚ ਚੱਲ ਹੀ ਰਹੀ ਹੈ। ਜਿੱਥੋਂ ਤੱਕ ਹੈਗਾ ਜੇ ਆਪਾਂ ਵੀ ਲੁੱਕ ਬੈਕ ਐਟ ਦਾ ਮੀਡੀਆ, ਆਪਾਂ ਸਿਮਰਨਜੀਤ ਮਾਨ ਦੀ ਬਾਅਦ 'ਚ ਗੱਲ ਕਰਦੇ ਹਾਂ, ਜਿਵੇਂ ਅਰਨ ਸ਼ੂਰੀ ਹੋਣੀ ਜਾਂ ਵਿਨੋਦ ਦੂਆ ਹੋਣੀ ਜਾਂ ਬਰਕਾ ਦੱਤ ਹੋਣੀ ਜਾਂ ਰਾਜਦੀਪ ਸਰਦਸਾਈ, ਮੈਂ ਚੰਦ ਹੀ ਬੰਦੇ ਨਾਲ ਹੈ, ਬੰਦੇ ਤਾਂ ਰਵੀਸ਼ ਕੁਮਾਰ ਤੁਸੀਂ ਅੱਜ ਦੇ ਦਿਨ 'ਚ ਦੇਖ ਸਕਦੇ, ਇਹ ਸਾਰੇ ਬੰਦੇ ਹਜੇ ਮੌਜੂਦ ਨੇ, ਕੁਛ ਹੈ ਨਹੀਂ। ਉਹਨਾਂ ਨੂੰ ਮਤਲਬ ਕਿ ਇਨਵੈਸਟੀਗੇਟਿਵ ਜਰਨਲਿਜ਼ਮ ਕਰਕੇ ਜਾਣਿਆ ਜਾਂਦਾ ਸੀ। ਤੁਸੀਂ ਹੁਣ ਜਿਹੜਾ ਕਤਲ ਹੋਇਆ ਜਾਂ ਬੇਅਦਬੀ ਦੀਆਂ ਈਵੈਂਟਸ ਹੋਈਆਂ, ਗੁਰੂ ਗ੍ਰੰਥ ਸਾਹਿਬ ਰੋਲਿਆ ਗਿਆ ਸੜਕਾਂ 'ਤੇ, ਉਹਦੇ ਬਾਰੇ ਕੋਈ ਇਨਵੈਸਟੀਗੇਟਿਵ ਜਰਨਲਿਜ਼ਮ ਹੋਇਆ? ਨਹੀਂ। ਕਿਸੇ ਵੀ ਸੀਰੀਅਸ ਸਟੋਰੀ ਬਾਰੇ ਦੱਸ ਦਿਓ, ਆਪਾਂ ਨੂੰ ਉਹੀ ਪਤਾ ਜੋ ਗਵਰਨਮੈਂਟ ਦਾ ਨੈਰੇਟਿਵ। ਨਥਿੰਗ ਇਜ਼ ਡਿਫਰੈਂਟ। ਤੁਸੀਂ US ਦੇ ਪੇਪਰਸ ਪੜ੍ਹ ਲਓ, US ਦਾ ਮੀਡੀਆ ਦੀ ਖੋਜ ਕਰ ਲਓ, ਯੂਰਪ 'ਚ ਆ ਜਾਓ, ਯੂ ਵਿਲ ਆਲਵੇਜ਼ ਫਾਈਂਡ ਏ ਮਤਲਬ ਕਿ ਇਨਵੈਸਟੀਗੇਟਿੰਗ ਸਟੋਰੀ। ਅਲ ਜਜ਼ੀਰਾ ਦੇਖ ਲਓ। ਇਹ ਤਾਂ ਸਾਡੀ ਮਾੜੀ ਕਿਸਮਤ ਆ, ਮੈਂ ਕਹਿੰਦਾ ਮੇਰੀ ਕੌਮ ਦੀ, ਕਿ ਸਾਡੀ SGPC ਅੱਜ ਤੱਕ ਆਪਣੀ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨਹੀਂ ਬਣਾ ਸਕੀ, ਆਪਣਾ ਅਖਬਾਰ ਨਹੀਂ ਚਲਾ ਸਕੀ। ਅਲ ਜਜ਼ੀਰਾ ਇੱਕ ਸ਼ੇਖ ਫੈਮਿਲੀ ਚਲਾਉਂਦੀ ਆ, ਉਹ ਜਿੱਥੋਂ ਤੱਕ ਦੁਨੀਆ ਦਾ ਸੰਬੰਧ ਆ ਉਹ ਬਿਲਕੁਲ ਉਵੇਂ ਚੱਲਦੇ ਆ। ਉਹਨਾਂ ਨੂੰ ਅੱਜ ਉਹਨਾਂ ਦਾ ਨੰਬਰ ਉਤਲੇ 2-3 ਚੈਨਲਸ 'ਚ ਆਉਂਦਾ ਨਹੀਂ, ਪਰ ਜਿੱਥੋਂ ਤੱਕ ਮੁਸਲਿਮ ਨੈਰੇਟਿਵ ਦਾ ਸਵਾਲ ਆ, ਉਹਨੂੰ ਉਹ ਜਿੰਨਾ ਘੱਟ ਤੋਂ ਘੱਟ ਡੈਮੇਜ ਹੋ ਸਕੇ ਉਹ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨੂੰ ਉਸ ਪਰਸਪੈਕਟਿਵ 'ਚ ਲਿਆਉਂਦੇ ਨੇ ਤਾਂ ਕਿ ਲੋਕਾਂ ਨੂੰ ਦੂਜਾ ਪੱਖ ਪਤਾ ਲੱਗੇ। ਉਹ ਜਿਹੜੀ ਟਾਈਪ ਦੀ ਜਿਵੇਂ ਰਵਨੀਸ਼ ਕੁਮਾਰ ਕਰਦਾ ਆਪਣੇ NDTV, ਐਵਰੀਬਾਡੀ ਲਵ ਟੂ ਵਾਚ ਪ੍ਰਾਈਮ ਟਾਈਮ, ਉਹਨੇ ਹੁਣ ਜਿਵੇਂ ਸ਼੍ਰੀਲੰਕਾ ਦਾ ਨੈਰੇਟਿਵ ਦਿੱਤਾ। ਅੱਜ ਕੱਲ੍ਹ ਤਾਂ ਬਲੈਕ ਐਂਡ ਵਾਈਟ ਵੀ ਆ ਗਿਆ ਸੁਧੀਰ ਚੌਧਰੀ ਦਾ ਪ੍ਰਾਈਮ ਟਾਈਮ 'ਚ। ਅੱਛਾ, ਆਈ ਹੈਵ ਨਾਟ ਫੋਲੋਡ ਇਟ। ਉਹ ਜਦੋਂ ਉਹਨੇ ਦੱਸਿਆ ਰਾਜਪਕਸ਼ਾਂ ਦੀ ਸਟੋਰੀ ਦੱਸੀ, ਕਿਵੇਂ ਮੈਜੋਰਿਟੇਰੀਅਨਿਜ਼ਮ ਨੇ ਮਿਨੋਰਿਟਿਜ਼ਮ ਨਾਲ ਕਲੈਸ਼ ਹੋਇਆ, ਰਿਲੀਜੀਅਸ ਕਲੈਸ਼ ਹੋਇਆ, ਤਾਮਿਲ ਹਿੰਦੂ ਨੇ, ਸਿਨਾਲੀਜ਼ ਬੋਧੀ ਨੇ, ਉਹ ਅਲਟੀਮੇਟਲੀ ਕੀ ਹੋਇਆ, ਕੰਟਰੀ ਅਨਰੈਵਲ ਹੋ ਗਿਆ। ਉਹਨੇ ਕਹਿਣਾ ਤਾਂ ਚਾਹਿਆ ਸੀ ਇੰਡੀਆ ਨੂੰ, ਪਰ ਉਹਨੇ ਇਨਡਾਇਰੈਕਟ ਮੈਸੇਜ ਦਿੱਤਾ ਇਨ ਏ ਵੈਰੀ ਡਾਇਰੈਕਟ ਮੈਨਰ। ਇਹ ਚੀਜ਼ ਆਪਣੇ ਪੰਜਾਬ ਵਿੱਚ ਕਿਉਂਕਿ ਬਹੁਤ ਛੇਤੀ ਸੋਸ਼ਲ ਮੀਡੀਆ ਦਾ ਵਾਰ ਆਇਆ, ਉਸ ਕਰਕੇ ਇਨਵੈਸਟੀਗੇਟਿਵ ਜਿਹੜੀ ਜਰਨਲਿਜ਼ਮ ਆ ਇਹ ਕਿਤੇ ਨਾ ਕਿਤੇ ਮਾਰ ਖਾ ਰਹੀ ਆ।
ਅੱਜ ਵੀ ਅਰਨ ਸ਼ੂਰੀ ਨੇ ਹੁਣ ਬੁੱਕ ਆਪਣੀ ਲਿਆਂਦੀ ਸੀ ਤਾਂ ਉਹਦੇ ਵਿੱਚ ਉਹਨੇ ਬੜੇ ਨਵੇਂ ਖੁਲਾਸੇ ਕੀਤੇ। ਈਵਨ ਇੰਦਰਾ ਗਾਂਧੀ ਨੇ ਜਦੋਂ ਇੰਡੀਅਨ ਐਕਸਪ੍ਰੈਸ ਬੰਦ ਕਰਨਾ ਚਾਹਿਆ, ਇਹਨੂੰ ਬੰਦ ਕਰ ਦਿਓ, ਕਿਉਂਕਿ ਉਹ ਬੋਲ ਰਹੇ ਸੀ, ਕੁਲਦੀਪ ਨਈਅਰ ਹੁਣੀ ਹੋਏ ਨੇ, ਮਤਲਬ ਕਿ ਫਿਰ ਗੋਇਨਕਾ ਨੇ ਸਿੱਧਾ ਇੰਦਰਾ ਗਾਂਧੀ ਨੂੰ ਸਨੈਪ ਭੇਜਿਆ ਸੀ ਮੇਰੇ ਕੋਲ ਉਹ ਚਿੱਠੀਆਂ ਨੇ ਕਮਲਾ ਨਹਿਰੂ ਵਾਲੀਆਂ ਜਿਹੜੀਆਂ ਉਹਨੇ ਜੈ ਪ੍ਰਕਾਸ਼ ਨਾਇਡੂ ਦੀ ਵਾਈਫ ਨੂੰ ਲਿਖੀਆਂ ਸੀ। ਐਂਡ ਇੰਦਰਾ ਗਾਂਧੀ ਸਟਾਪਡ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਪਰਸਨਲ ਡੀਲਿੰਗ ਸੀ ਉਹਨਾਂ ਬਾਰੇ ਕਮਲਾ ਨਹਿਰੂ ਦੀ ਮਦਰ ਨੇ ਆਪਣੀਆਂ ਫੀਲਿੰਗਸ ਸ਼ੇਅਰ ਕੀਤੀਆਂ ਸੀ। ਇਹਦਾ ਮਤਲਬ ਇਨਵੈਸਟੀਗੇਟਿਵ ਜਰਨਲਿਜ਼ਮ ਕਿਤੇ ਸੀਗੀ ਤਾਂ ਹੀ ਉਹਨਾਂ ਨੂੰ ਆਹ ਗੱਲ ਪਤਾ ਲੱਗੀ। ਇਹ ਤਾਂ ਹੈ ਨਹੀਂ ਕਿ ਕਮਲਾ ਨਹਿਰੂ ਨੇ ਗੋਇਨਕਾ ਨਾਲ ਉਹ ਸ਼ੇਅਰ ਕੀਤੀਆਂ ਹੋਣਗੀਆਂ ਜਾਂ ਜੈ ਪ੍ਰਕਾਸ਼ ਨਾਇਡੂ ਦੀ ਵਾਈਫ ਨੇ ਸ਼ੇਅਰ ਕੀਤੀਆਂ ਹੋਣਗੀਆਂ। ਪਰ ਇਹ ਬਿਆਨ ਨੂੰ ਕਿਸ ਤਰੀਕੇ ਨਾਲ ਦੇਖਿਆ ਡੀਜੀਪੀ ਸਾਹਿਬ ਦੇ ਕਿ ਮੀਡੀਆ ਨੇ ਗਲੋਰੀਫਾਈ ਵੀ ਕੀਤਾ ਔਰ ਮੀਡੀਆ ਗਲੋਰੀਫਾਈ ਕਰਦਾ ਵੀ ਪਿਆ ਗੈਂਗਸਟਰਸ ਕਹਿ ਕੇ? ਇਹ ਜਿਹੜੀ ਹੈਗੀ ਨਾ ਰੇਸ ਹੈਗੀ TRP ਦੀ, ਇਹਦੇ ਵਿੱਚ ਨੈਰੇਟਿਵ ਦੇ ਵਿੱਚ ਲੋਕੀ ਨਾ ਇੱਕ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਰਸਨੈਲਿਟੀ ਆ, ਸਿੰਸ ਹੀ ਕੇਮ ਇਨ ਟੂ ਪੋਲੀਟੀਕਲ ਸੀਨ ਇਨ 89, ਉਹਨਾਂ ਦੀ ਹਮੇਸ਼ਾ ਕਨਫਲਿਕਟ ਅਤੇ ਕਨਫਰੰਟੇਸ਼ਨਲ ਅਪਰੋਚ ਰਹੀ ਆ ਵੀ ਜੋ ਨੈਰੇਟਿਵ ਹੈਗਾ ਇਹਨੂੰ ਇੱਕ ਡਿਸਟਰਕਟਿਵ ਮੈਨਰ ਵਿੱਚ ਕਿਵੇਂ ਪੇਸ਼ ਕਰਨਾ। ਈਵਨ ਚਲੋ ਸਿੱਖ ਥਾਟ ਹੀ ਆ, ਉਹ ਜਿਹੜੀ ਸਿੱਖ ਥਾਟ ਨੂੰ ਜੇ ਕਿਸੇ ਫਲਸਫੇ ਅਤੇ ਗੋਲ 'ਤੇ ਲੈ ਕੇ ਜਾਣਾ ਤਾਂ ਕੀ ਉਹਦੇ ਨਾਲ ਆਪਾਂ ਨੂੰ ਕੋਈ ਫੋਕਾ ਨਾਅਰਾ ਭਰਨਾ ਪਊਗਾ? ਆਪਾਂ ਕਿਉਂ ਨਹੀਂ ਸਿੱਖ ਰਾਜ ਦੀ ਗੱਲ ਕਰ ਲਓ ਵੀ ਸਾਡਾ ਰਾਜ ਸੀਗਾ, ਇਹਨਾਂ ਨੇ ਦਿੱਤਾ ਨਹੀਂ, ਵੀ ਸਾਡੇ ਲੀਡਰਾਂ ਨੇ 1947 ਵਿੱਚ ਨਗੋਸ਼ੀਏਟ ਠੀਕ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਜਦੋਂ 1920 'ਚ ਬਣਿਆ, ਇਹਨਾਂ ਨੇ ਮੁਸਲਿਮ ਲੀਗ ਦਾ ਇਤਿਹਾਸ ਨਹੀਂ ਪੜ੍ਹਿਆ 1906 ਵਾਲਾ, ਵੀ ਉਹ ਕਿਹੜਾ ਗੋਲ ਲੈ ਕੇ ਪੋਲੀਟੀਕਲ ਪਾਰਟੀ ਬਣੀ ਆ। ਇਟ ਵਾਜ਼ ਨਾਟ ਏ ਰਿਲੀਜੀਅਸ ਬੋਡੀ ਐਂਡ ਸ਼੍ਰੋਮਣੀ ਅਕਾਲੀ ਦਲ ਵਾਜ਼ ਨਾਟ ਏ ਰਿਲੀਜੀਅਸ ਬੋਡੀ। ਰਿਲੀਜੀਅਸ ਬੋਡੀ ਤਾਂ SGPC ਸੀ। ਇਹ ਸਵਾਲ ਉਠਾਉਣ, ਇਹ ਵੀ ਦੱਸਣਾ ਪਊਗਾ। ਇਹ ਕਹਿੰਦੇ ਕਿ ਬੰਬਾਰੀ ਰੋਕਤੀ, ਮੇਰੇ ਨਾਨੇ ਨੇ ਸਰੋਪਾ ਦੇ ਕੇ ਰੋਕ ਲਈ। ਆਈ ਥਿੰਕ ਲੁੱਕ ਬੈਕ ਇਨ ਟੂ ਦਾ ਹਿਸਟਰੀ, ਉਦੋਂ ਪਹਿਲੇ April 10 ਨੂੰ ਉੱਥੇ ਹੈਵੀ ਕਲੈਸ਼ਿਸ ਹੋਏ ਨੇ। ਅੰਮ੍ਰਿਤਸਰ ਅਤੇ ਲਾਹੌਰ ਵਿੱਚ ਬੰਦੇ ਮਾਰੇ ਗਏ ਨੇ ਅੰਡਰ ਦੀ ਕਮਾਂਡ ਆਫ ਜਨਰਲ ਡਾਇਰ। ਡਾਕਟਰ ਸਤਿਆਪਾਲ ਅਤੇ ਡਾਕਟਰ ਕਿਚਲੂ ਅਰੈਸਟ ਕੀਤੇ ਹੋਏ ਸੀ। ਉਦੋਂ ਸਾਈਮਨ ਕਮਿਸ਼ਨ ਦਾ ਰੌਲਾ ਚੱਲ ਰਿਹਾ ਸੀ। ਉਹਦੇ ਕਰਕੇ ਇਹਨਾਂ ਨੇ ਜਦੋਂ ਪੁਲਿਸ ਨੇ ਗੋਲੀ ਚਲਾਈ, ਜਿਹੜੇ ਸਿਵਲੀਅਨ ਮਾਰੇ ਗਏ, ਫਿਰ ਸਿਵਲੀਅਨ ਨੇ ਗੁੱਸੇ 'ਚ ਆ ਕੇ 6 ਯੂਰਪੀਅਨ ਮਾਰਦੇ ਸੀ। ਉਹਨਾਂ ਨੇ ਇੱਕ ਇੰਗਲਿਸ਼ ਲੇਡੀ ਨੂੰ ਵੀ ਫਿਜ਼ੀਕਲੀ ਅਸੌਲਟ ਕੀਤਾ, ਉਹਦਾ ਰੇਪ ਨਹੀਂ ਕੀਤਾ, ਅਸੌਲਟ ਕੀਤਾ। ਉਹ ਵਾਪਸ ਇੰਗਲੈਂਡ ਚਲੀ ਗਈ। ਉਸ ਚੀਜ਼ ਦਾ ਜਨਰਲ ਡਾਇਰ ਨੂੰ ਬਹੁਤ ਗੁੱਸਾ ਸੀ ਐਂਡ ਦੈਟ ਲੈਡ, ਉਹ ਕਨਫਰਟੇਸ਼ਨ ਵੱਧਦੀ ਗਈ। ਅਲਟੀਮੇਟਲੀ April 13 ਆ ਗਿਆ। ਫਿਰ ਉਹਨੇ April 14 ਨੂੰ ਅੰਮ੍ਰਿਤਸਰ ਦੀਆਂ ਦੁਕਾਨਾਂ ਬੰਦ ਸੀਗੀਆਂ, ਉਹਨੇ ਦੁਕਾਨਦਾਰ ਨੇ ਕਿਹਾ ਵੀ ਦੁਕਾਨਾਂ ਲਓ ਖੋਲ੍ਹ, ਨਹੀਂ ਮੈਂ ਸੁੱਟੂਗਾ ਤੁਹਾਡੇ 'ਤੇ ਬੰਬ। ਇਹ ਡਾਕੂਮੈਂਟਡ ਫੈਕਟਸ ਨੇ। April 14 ਨੂੰ 3 ਜਹਾਜ਼ ਗਏ ਨੇ ਅੰਡਰ ਦੀ ਕਮਾਂਡ ਆਫ ਕਾਰਬੈਰੀ ਕੈਪਟਨ ਦੇ, ਨਾਲ ਉਹਦੇ ਲਿeutenant ਵਿੰਸਨ ਸੀ। ਉਹਨਾਂ ਨੇ ਜਾ ਕੇ ਗੁੱਜਰਾਂ ਵਾਲੇ ਦੇ ਆਲੇ ਦੁਆਲੇ ਉੱਤੋਂ 10 ਬੰਬ ਸੁੱਟੇ ਨੇ। ਉੱਥੇ ਲੋਕੀ ਇਕੱਠੇ ਹੋਏ ਸੀ, ਉੱਤੋਂ ਮਸ਼ੀਨ ਗਨ ਨਾਲ ਫਾਇਰ ਹੋਇਆ। ਇਹ ਕਿਸ ਸੈਂਸ ਸਿਮਰਨਜੀਤ ਸਿੰਘ ਮਾਨ ਬੋਲ ਰਿਹਾ? ਇਹ ਤਾਂ ਕਹਿ ਰਿਹਾ ਕਿ ਲੰਗੋਵਾਲ ਨੂੰ ਵੀ ਸਰੋਪਾ ਦੇ ਇੰਦਰਾ ਗਾਂਧੀ ਨੂੰ ਤਾਂ ਵੱਜ ਜਾਣਾ ਸੀ। ਸਿਰਫ ਤੁਸੀਂ ਉਦੋਂ SSP ਸੀ, ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਲਾ ਨੂੰ ਮਿਲਦੇ ਸੀ ਤਾਂ ਫਿਰ ਐਡਵਾਈਸ ਦੇ ਦੇਣੀ ਸੀ ਵੀ ਮੇਰੇ ਨਾਨੇ ਨੇ ਆਹ ਕੰਮ ਕੀਤਾ, ਵੀ ਆਪਾਂ ਇਹ ਰੋਕ ਲਈਏ। ਕਿਉਂਕਿ ਲੱਗ ਤਾਂ ਰਿਹਾ ਸੀ ਕਿ ਕਨਫਰੰਟੇਸ਼ਨ ਹੋਊਗੀ, ਕਨਫਰੰਟੇਸ਼ਨ ਵਧੀ ਗਈ। ਕਿਸੇ ਨੇ ਅੰਦਾਜ਼ਾ ਨਹੀਂ ਸੀ ਲਾਇਆ ਵੀ ਐਂ ਹੋ ਜਾਊਗਾ, ਪਰ ਉਹ ਕਿਸੇ ਇੱਕ ਇੰਟਰਵਿਊ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਪੱਤਰਕਾਰ ਨੇ ਸਵਾਲ ਵੀ ਕੀਤਾ ਸੀਗਾ ਕਿ ਤੁਸੀਂ ਮਿਲੇ ਨਹੀਂ ਕਦੀ ਜਾ ਕੇ, ਜਾਂ ਤੁਸੀਂ ਦਰਬਾਰ ਸਾਹਿਬ ਨਹੀਂ ਗਏ ਜਦੋਂ ਹਮਲਾ ਹੋਣਾ ਸੀਗਾ? ਉਦੋਂ ਉਹਨਾਂ ਨੇ ਕਿਹਾ, ਕਹਿੰਦੇ ਕਿ ਨਹੀਂ, ਮੈਨੂੰ ਉਹਨਾਂ ਨੇ ਕਿਹਾ ਸੀਗਾ ਤੂੰ ਬਾਹਰ ਹੀ ਰਹਿ। ਇਹ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ, ਖੈਰ ਉਹ ਮੁੱਦਾ ਨਹੀਂ ਹੈ। ਦਿਸ ਇਜ਼ ਡਿਫਰੈਂਸ। ਉਹਦਾ ਮਤਲਬ ਕਿ ਆਈ ਥਿੰਕ ਉਹਨਾਂ ਨੇ ਬਹੁਤ ਵੇਵਰ ਕੀਤਾ, ਜਿਹੜੇ ਕਿ 50,000 ਝੂਠੀ ਚਿੱਠੀ ਦੇ ਸਕਦੇ ਆ। ਉਹਨਾਂ ਤੋਂ ਆਪਾਂ ਕੀ ਉਮੀਦ ਆ? ਮੈਨੂੰ ਨਹੀਂ ਪਤਾ ਵੀ 50,000 ਦੀ ਪੂਰੀ ਝੂਠੀ, ਪਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ 90% ਪਲੱਸ ਜਿਹੜੇ ਫੇਕ ਪੋਲੀਟੀਕਲ ਅਸਾਈਲਮਸ ਲੋਕਾਂ ਨੇ ਲਏ ਆ। ਦੇ ਹੈਡ ਨਥਿੰਗ ਟੂ ਡੂ ਵਿਦ ਦ ਟਰਮੋਇਲ ਇਨ ਪੰਜਾਬ। ਪਰ ਉਹਨਾਂ ਨੇ ਠੀਕ ਆ, ਅਗਲਿਆਂ ਨੇ ਆਪਣੀ ਉੱਥੇ ਪੱਕੇ ਹੋਣਾ। ਜੇ ਉਹ ਇਲੀਗਲ ਵੇਜ਼ ਨਾਲ ਗਏ ਆ ਤਾਂ ਇੱਕ ਇਲੀਗਲ ਮੀਨ ਹੋਰ ਬਣਾ ਲੈਣਗੇ, ਪਰ ਉਹਨੂੰ ਇੱਕ ਪ੍ਰੋਫਿਟੇਰਿੰਗਲੀ ਵਰਤਣਾ, ਆਈ ਥਿੰਕ ਦੈਟਸ ਰੇਜ਼ਿਸ ਸੀਰੀਅਸ ਪੋਲੀਟੀਕਲ ਕੁਐਸਚਨਸ। ਰਣਜੀਤ ਜੀ, ਜਦੋਂ ਅਸੀਂ ਤੁਹਾਡਾ ਇਤਿਹਾਸ ਦੇਖਦੇ ਹਾਂ, ਤੁਹਾਡਾ ਕਮਬੈਕ ਦੇਖਦੇ ਹਾਂ, ਇੱਕ ਫਾਲਆਊਟ ਵੀ ਦੇਖਿਆ, ਇੱਕ ਕਮਬੈਕ ਵੀ ਦੇਖਿਆ, ਔਰ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਚੀਜ਼ ਕਹਿੰਦੇ ਹੋ ਕਿ ਮੈਂ ਇੱਥੇ ਪੰਜਾਬ ਦੇ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਬਾਹਰ ਜਾ ਕੇ ਇਹ ਮਹਿਸੂਸ ਕੀਤਾ ਕਿ ਮੈਂ ਹਾਲੇ ਵੀ ਮੇਰੇ ਅੰਦਰ ਕੋਈ ਘਾਟ ਹੈਗੀ ਪੜ੍ਹਾਈ ਨੂੰ ਲੈ ਕੇ। ਹੁਣ ਰੀਸੈਂਟਲੀ ਜਦੋਂ ਆਈ ਵਾਜ਼ ਲਿਸਨਿੰਗ ਟੂ ਯੋਰ ਇੰਟਰਵਿਊ, ਤੁਸੀਂ
ਥੋੜ੍ਹਾ ਤੈਸ਼ 'ਚ ਆ ਗਏ ਗੋਲਡੀ ਬਰਾੜ ਨੂੰ ਲੈ ਕੇ। ਔਰ ਤੁਸੀਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਜੋ ਪਹਿਲਾਂ ਦਰਬਾਰ ਸਾਹਿਬ 'ਤੇ ਹੋਇਆ ਔਰ ਜੋ ਸਿੱਖਾਂ ਦੇ ਨਾਲ ਪੰਜਾਬ ਦੇ ਵਿੱਚ ਹੋਇਆ ਜਾਂ ਦਿੱਲੀ ਦੇ ਵਿੱਚ ਹੋਇਆ, ਅਸੀਂ ਉਹਦਾ ਵੀ ਜਵਾਬ ਦਿੱਤਾ ਸੀਗਾ। ਔਰ ਤੁਸੀਂ ਇਸ ਚੀਜ਼ ਦੀ ਸ਼ੋਰਟੀ ਦਿੱਤੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜਾਂ ਮਾਤਾ ਜੀ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਕਿ ਅਸੀਂ ਇਹਦਾ ਵੀ ਜਵਾਬ ਦੇਵਾਂਗੇ। ਉਹ ਸੁਣਨ 'ਚ ਇੰਝ ਲੱਗਦਾ ਹੈਗਾ ਕਿ ਕਿਤੇ ਕੋਈ ਰਸਤਾ ਦੁਬਾਰਾ ਤਾਂ ਨਹੀਂ ਉਸ ਤਰੀਕੇ ਦਾ ਰਣਜੀਤ ਸਿੰਘ ਕੁੱਕੀ ਗਿੱਲ ਸੋਚਦੇ ਚੁੱਕਣ ਨੂੰ, ਜਾਂ ਕੋਈ ਉਸ ਤਰੀਕੇ ਵੱਲ ਨੂੰ ਤਾਂ ਨਹੀਂ ਤੁਰਨ ਲੱਗੇ? ਨਹੀਂ, ਆਈ ਥਿੰਕ ਯੂ ਟੁੱਕ ਨੇ ਮਤਲਬ ਕਿ ਅਦਰ ਮੈਨਰ। ਪਰ ਮੇਰਾ ਕਹਿਣ ਦਾ ਜੋ ਭਾਵ ਸੀ ਨਾ, ਮੂਸੇ ਵਾਲਾ ਕੋਈ 84 ਨਾਲ ਕੋਈ ਕੰਪੈਰੀਜ਼ਨ ਨਹੀਂ। ਐਵੇਂ ਆਪਾਂ ਗੱਲ ਕਰੀਏ, ਠੀਕ ਆ, ਇੱਕ ਨੌਜਵਾਨ ਦਾ ਕਤਲ ਹੋਇਆ, ਨਿਹੱਕਾ ਬੰਦਾ ਮਾਰਿਆ ਗਿਆ, ਉਹਦਾ ਸਾਰੇ ਪੰਜਾਬ 'ਚ ਵੀ ਦੁੱਖ ਆਇਆ, ਮੈਨੂੰ ਵੀ ਨਿੱਜੀ ਦੁੱਖ ਹੋਇਆ ਕਿ ਨਹੀਂ ਸੀ ਹੋਣਾ ਚਾਹੀਦਾ। ਜੇ ਉਹ ਨੌਜਵਾਨ ਹੁਣ ਸਿੱਧੇ ਪਾਸੇ ਆ ਰਿਹਾ ਸੀ, ਜੋ SYL ਵਰਗੇ ਗੀਤ ਕਰਕੇ ਪੰਜਾਬ ਦੀਆਂ ਭਾਵਨਾਵਾਂ ਨੂੰ ਸਿਰਜ ਰਿਹਾ ਸੀ, ਤਾਂ ਆਈ ਥਿੰਕ ਦਿਸ ਵਾਜ਼ ਏ ਪੋਜ਼ਿਟਿਵ ਸਿਗਨਲ। ਉਸ ਤੋਂ ਪਹਿਲੇ ਉਹਨੇ ਗਦਾਰ ਸੌਂਗ ਲਿਖਿਆ, ਉਹ ਚੀਜ਼ ਮੇਰੇ ਖਿਆਲ ਸਿੱਧ ਵੀ ਹੋ ਰਹੀ ਹੋ, ਲੋਕਾਂ ਨੂੰ ਅਫਸੋਸ ਹੋ ਰਿਹਾ ਕਿ ਅਸੀਂ ਕਿਹਨਾਂ ਨੂੰ ਚੁਣਤਾ। ਜਿੱਥੋਂ ਤੱਕ ਮਤਲਬ ਕਿ ਉਹ ਮੇਰੇ ਜਵਾਬ ਦੀ ਗੱਲ ਆ, ਮੈਂ ਕਿਹਾ ਸੀ ਵੀ ਇਸ ਚੀਜ਼ ਦਾ ਜਿਹੜਾ ਕਾਊਂਟਰ ਪ੍ਰੋਡਕਟਿਵ ਸਿੱਧ ਤਾਂ ਹੋਇਆ ਹੀ ਹੈ ਨਾ। ਜੋ ਉਹ ਮੇਰਾ ਖਿਆਲ ਜਿਸ ਆਦੇਸ਼ ਨਾਲ ਉਹ ਦਹਿਸ਼ਤ ਪਾਉਣਾ ਚਾਹੁੰਦੇ ਸੀ, ਉਦੋਂ ਮੇਰਾ ਖਿਆਲ ਇਟ ਵੈਂਟ ਇਨਟੂ ਏ ਅਦਰ ਨੈਰੇਟਿਵ, ਸਗੋਂ ਚੈਲੰਜ ਹੋ ਗਿਆ। ਹਾਂ, ਇਸ ਨੂੰ ਗੋਲਡੀ ਬਰਾੜ ਨੇ ਚੈਲੰਜ ਸਮਝਿਆ, ਪਰ ਉਹਨੇ ਬਾਅਦ ਦੇ ਵਿੱਚ ਬਿਆਨ ਦਿੱਤਾ ਆਪਣੀ ਰੀਸੈਂਟ ਵੀਡੀਓ ਦੇ ਵਿੱਚ, ਜੋ ਕਾਫੀ ਚੈਨਲਾਂ 'ਤੇ ਚੱਲੀ ਵੀ, ਕਿ ਗੋਲਡੀ ਬਰਾੜ ਵਰਗੇ ਜੋ ਬਾਹਰ ਬੈਠੇ ਹੋਏ ਆ ਗੈਂਗਸਟਰਸ, ਉਹ ਕਹਿੰਦੇ ਕਿ ਅਸੀਂ ਰਣਜੀਤ ਸਿੰਘ ਕੁੱਕੀ ਗਿੱਲ ਦੀ ਤਾਂ ਬੜੀ ਇੱਜ਼ਤ ਕਰਦੇ ਹਾਂ। ਉਹ ਚਲੋ ਉਹਨਾਂ ਦੇ ਆਪਣਾ ਓਪੀਨੀਅਨ ਹੈਗਾ, ਪਰ ਜਿਸ ਸੈਂਸ ਵਿੱਚ ਮੈਂ ਕਿਹਾ ਸੀ ਵੀ ਜਵਾਬ ਮਿਲੂਗਾ, ਜਵਾਬ ਕਾਊਂਟਰ ਪ੍ਰੋਡਕਟਿਵ ਮਿਲਿਆ। ਮੇਰਾ ਖਿਆਲ ਉਹ ਜਵਾਬ ਹੋਰ ਵੀ ਗੰਭੀਰਤਾ ਨਾਲ ਮਿਲ ਸਕਦਾ ਸੀ। ਜਿਹੜੇ ਬੰਦੇ ਇਹਨਾਂ ਨੇ ਐਨਕਾਊਂਟਰ ਕੀਤੇ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ। ਅੱਜ ਉਹ ਪੰਜਾਬ ਪੁਲਿਸ 'ਚ ਉੱਦਾਂ ਦੀ ਦਿਖ ਨਹੀਂ ਰਹੀ, ਜਿਸ ਕਰਕੇ ਜਾਣੇ ਜਾਂਦੇ, ਜਿਹਦੇ ਕਰਕੇ ਮੁਖਤਿਆਰ ਅੰਸਾਰੀ ਮੈਨੂੰ ਕਹਿ ਰਿਹਾ ਸੀ ਵੀ ਪੰਜਾਬ ਪੁਲਿਸ ਕੁੱਟਦੀ ਬਹੁਤ ਆ। ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ, ਜੇ ਤੁਸੀਂ, ਮੈਂ ਟਾਰਚਰ ਚੈਂਬਰ ਦੇਖਿਆ, ਤੁਸੀਂ ਜਦੋਂ ਉੱਥੇ, ਮੈਂ ਕਹਿੰਦਾ ਘੰਟੇ ਬਾਅਦ ਵੀ ਤੁਹਾਡੇ ਪੈਰ ਲਟਖੜਾ ਜਾਂਦੇ ਆ, ਜਿਸ ਬਾਰੇ ਪੰਜਾਬ ਪੁਲਿਸ ਜਾਣੀ ਜਾਂਦੀ ਆ। ਇੱਕ ਵਾਰੀ ਰਾਮਾ ਮੰਡੀ ਜਾ ਕੇ ਤਾਂ ਦੇਖੋ, ਜਾਂ ਇੱਥੇ ਇੱਧਰ ਲਹਿਰੇ ਗਾਗੇ, ਹੋਰ ਇਹਨਾਂ ਨੇ ਇੱਧਰਲੇ ਪਾਸੇ ਜਹਾਨ ਖੇਲਾਂ, ਕਿ ਪਤਾ ਹੀ ਨਹੀਂ ਕਿੱਥੇ ਕਿੱਥੇ ਟਾਰਚਰ ਸੈਂਟਰਸ ਬਣਾਏ। ਡੁਗਰੀ ਵਾਲੇ ਦੇਖ ਲੈਂਦੇ ਕੁਆਟਰ ਵੀ ਕੀ ਹੋਇਆ ਉਦੋਂ, ਕਿਵੇਂ ਨੰਗਾ ਨਾਚ ਹੋਇਆ 84 ਵੇਲੇ। ਉਸ ਪੁਲਿਸ ਲਈ ਹੁਣ ਬੰਦੇ ਵੀ ਨਹੀਂ ਫੜੇ ਜਾ ਰਹੇ, ਬੰਦੇ ਤੁਹਾਨੂੰ ਦਿੱਲੀ ਪੁਲਿਸ ਫੜ ਕੇ ਦੇ ਰਹੀ ਆ। ਪਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਡਿਬੇਟ ਦੇ ਵਿੱਚ, ਜਾਂ ਮਤਲਬ ਕਿ ਆਪਣਾ ਪੁਆਇੰਟ ਆਫ ਵਿਊ ਰੱਖਣਾ ਇੰਨਾ ਮਹਿੰਗਾ ਸਾਬਤ ਹੁੰਦਾ ਪਿਆ ਪੰਜਾਬ ਦੇ ਵਿੱਚ? ਇੱਕ ਜਜ਼ਬਾਤ ਹੈ, ਸਿੱਧੂ ਦੀ ਮੌਤ ਤੋਂ ਬਾਅਦ ਹਰ ਬੰਦੇ ਦੇ ਵਿੱਚ ਇੱਕ ਜਜ਼ਬਾਤ ਸੀਗਾ, ਔਰ ਉਹਨਾਂ ਨੇ ਗੈਂਗਸਟਰਸ ਨੂੰ ਲੈ ਕੇ ਜਿਹੜੇ ਲੋਕਾਂ ਨੇ ਜਜ਼ਬਾਤ ਆਪਣੇ ਜ਼ਾਹਰ ਕੀਤੇ, ਉਹਨਾਂ ਨੂੰ ਕੋਈ ਨਾ ਕੋਈ ਕੀਮਤ ਵੀ ਚੁਕਾਉਣੀ ਪਈ। ਕਿਸੇ ਨੂੰ ਥ੍ਰੈਟ ਕਾਲ ਆ ਗਈ, ਔਰ ਇੱਥੋਂ ਤੱਕ ਕਿ ਤੁਹਾਡੀ ਜਿਹੜੀ ਸਿਕਿਉਰਿਟੀ ਹੈਗੀ ਉਹਦੇ 'ਚ ਵੀ ਇਹਨਾਂ ਨੇ ਵਾਧਾ ਕਰਤਾ ਸਰਕਾਰ ਨੇ। ਔਰ ਇਹ ਅੱਜ ਤੋਂ ਬਹੁਤ ਸਾਲ ਪਹਿਲਾਂ ਤੁਹਾਨੂੰ ਇੱਕ ਵਾਰੀ ਸਿਕਿਉਰਿਟੀ ਮਿਲੀ ਸੀਗੀ, ਜਦੋਂ ਤੁਹਾਡੇ ਨਾਲ 4 ਗਾਰਡ ਤੁਰਦੇ ਸੀਗੇ ਬੰਦੂਕਾਂ ਲੈ ਕੇ। ਔਰ ਇਹ ਹੁਣ ਜਦੋਂ ਤੁਸੀਂ ਲੇਟੈਸਟਲੀ ਗੋਲਡੀ ਬਰਾੜ ਨੂੰ ਲੈ ਕੇ ਜਦੋਂ ਗੱਲ ਕੀਤੀ, ਉਸ ਤੋਂ ਬਾਅਦ ਤੁਹਾਡੀ ਸਿਕਿਉਰਿਟੀ ਵਧਾਤੀ। ਇਹੀ ਮੈਂ ਸਮਝਣਾ ਚਾਹੁੰਦਾ ਕਿ ਪੁਆਇੰਟ ਆਫ ਵਿਊ ਰੱਖਣਾ ਆਪਣਾ ਇੱਕ ਖੌਫਜ਼ਦਾ ਮਾਹੌਲ ਪੈਦਾ ਕਰਦਾ ਪਿਆ। ਇਹ ਜਿਹੜਾ ਨਾ ਫਰੀਡਮ ਆਫ ਐਕਸਪ੍ਰੈਸ਼ਨ ਆ ਜਾਂ ਓਪੀਨੀਅਨ ਆ, ਇਹ ਐਸ ਸੱਚ ਹੀ ਇੰਡੀਆ 'ਚ ਅੰਡਰ ਥ੍ਰੈਟ ਆ ਗਿਆ। ਤੁਸੀਂ ਮੁਹੰਮਦ ਜ਼ਬੀਰ ਦਾ ਕੇਸ ਦੇਖ ਲਓ, ਉਹ ਤਾਂ ਇਹੀ ਲੱਭ ਰਹੇ ਨਾ ਕਿ ਕਿਹੜੀਆਂ ਫੇਕ ਨਿਊਜ਼ ਨੇ ਅਤੇ ਕਿਹੜੀਆਂ ਸਹੀ ਨਿਊਜ਼ ਨੇ। ਉਹਦੇ ਕਰਕੇ ਉਹਨੂੰ ਮੈਂ ਕਿਹਾ 13-14 ਕੇਸਾਂ ਦਾ ਸਾਹਮਣਾ ਕਰਨਾ ਪਿਆ। ਅਲਟੀਮੇਟਲੀ ਸੁਪਰੀਮ ਕੋਰਟ ਨੂੰ ਇੰਟਰਵੀਨ ਕਰ, ਚੀਫ ਜਸਟਿਸ ਆਫ ਇੰਡੀਆ NV ਰਮਾਨਾ, ਉਹਨਾਂ ਨੇ ਕਿੰਨੀ ਵਾਰ ਇਹ ਜ਼ਿਕਰ ਕੀਤਾ ਕਿ ਇੱਥੇ ਸਪੇਸ ਘੱਟ ਰਹੀ ਹੈ ਡਿਸੈਂਟ ਦੀ, ਜਾਂ ਇੱਕ ਡਿਫਰੈਂਟ ਵੇ ਆਫ ਸੇਇੰਗ ਦੀ ਜਿਹੜੀ ਹੈਗੀ ਆ, ਉਹ ਚੀਜ਼ ਸ਼ਰਿੰਕ ਕਰ ਰਹੀ ਆ, ਘੱਟ ਰਹੀ ਆ। ਇਸ ਕਰਕੇ ਜਿਸ ਤਰ੍ਹਾਂ ਕਿਸੇ ਦਾ ਜੋ ਓਪੀਨੀਅਨ ਆ ਉਹ ਖੁੱਲ੍ਹ ਕੇ ਕਹਿਣਾ ਚਾਹੀਦਾ, ਪਰ ਉਹ ਜਦੋਂ ਕਹਿਣਾ ਤਾਂ ਉਦੋਂ ਤੁਹਾਨੂੰ ਸੈਂਸ ਆਫ ਸੈਲਫ ਰਿਸਪੋਂਸੀਬਿਲਿਟੀ ਵੀ ਚਾਹੀਦੀ ਵੀ ਕਿਤੇ ਮੇਰੇ ਕਹਿਣ ਕਰਕੇ ਦੂਜਿਆਂ ਦੀਆਂ ਭਾਵਨਾਵਾਂ ਠੇਸ ਤਾਂ ਨਹੀਂ ਪਹੁੰਚ ਰਿਹਾ। ਹੁਣ ਗੀਤਾਂਜਲੀ ਸ਼੍ਰੀ ਆ, ਜਿਹਨੂੰ ਬੁੱਕਰ ਪ੍ਰਾਈਜ਼ ਮਿਲਿਆ, ਬੁੱਕ ਨੂੰ, ਟੋਮ ਆਫ ਸੈਂਡਸ ਹੈ ਨਾ, ਵੀ ਰੇਤ ਦੀ ਕੰਧ ਮਤਲਬ ਕਿ ਹੈਗੀ ਦੀਵਾਰ। ਪਹਿਲੀ ਵਾਰੀ ਕਿਸੇ ਹਿੰਦੀ ਜਿਹੜੀ ਲਿਖਾਰੀ ਆ ਉਹਨੂੰ ਬੁੱਕਰ ਪ੍ਰਾਈਜ਼ ਮਿਲਿਆ। ਆਈ ਥਿੰਕ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਹਜੇ ਤੱਕ ਉਹਨੂੰ ਵਧਾਈ ਨਹੀਂ ਦਿੱਤੀ। ਇਹਦਾ ਕੀ ਰੀਜ਼ਨ ਆ? ਕਿਉਂਕਿ ਉਹਨੇ ਜਿਹੜਾ ਨੈਰੇਟਿਵ ਬੁਣਿਆ ਟੋਮ ਆਫ ਸੈਂਡਸ ਬੁੱਕਸ ਦੇ ਵਿੱਚ, ਉਹ ਜਿਸ ਤਰ੍ਹਾਂ ਦਾ ਨੈਰੇਟਿਵ ਹਿੰਦੂਤਵਾ ਬ੍ਰਿਗੇਡ ਬੁਣ ਰਹੀ ਆ ਇੰਡੀਆ 'ਚ,
ਉਹਦੇ ਨਾਲ ਮੇਲ ਨਹੀਂ ਖਾਂਦਾ, ਤਾਂ ਹੀ ਉਹਨੇ ਰੇਤ ਦੀ ਕੰਧ ਲਿਖੀ ਆ। ਉਹ ਜਦੋਂ ਹੁਣ ਫੰਕਸ਼ਨ 'ਤੇ ਕਿਤੇ ਯੂਪੀ ਉਹਨੂੰ ਫੈਸਿਲੀਟੇਟ ਕਰਨਾ ਸੀ, ਉਦੋਂ ਪਹਿਲੇ ਉਹਦੇ 'ਤੇ ਕੇਸ ਰਜਿਸਟਰ ਕਰਤਾ ਕਿ ਸ਼ੀ ਇਜ਼ ਇਨਫਲੇਮਿੰਗ ਦਾ ਰਿਲੀਜੀਅਸ ਫੀਲਿੰਗਸ, ਸੈਂਟੀਮੈਂਟਸ ਜਿਹੜੀ। ਉਸ ਕਰਕੇ ਮਤਲਬ ਕਿ ਇਹ ਚੀਜ਼ ਸਾਹਮਣੇ ਆ ਰਹੀ ਆ ਕਿ ਇੱਥੇ ਜਿਹੜਾ ਐਕਸਪ੍ਰੈਸ਼ਨ ਦਾ ਫਰੀडम ਹੈਗਾ, ਉਹਦੇ ਵਿੱਚ ਕੁਛ ਨਾ ਕੁਛ ਐਜੂਕੇਸ਼ਨ ਦੀ ਲੋੜ ਆ ਵੀ ਆਪਾਂ ਕਿੱਥੋਂ ਤੱਕ ਜਾਣਾ, ਕਿੱਥੋਂ ਤੱਕ ਟੋਲਰੇਟ ਕਰਨਾ। ਵੈਸੇ ਤਾਂ ਕਨਸਟੀਟਿਊਸ਼ਨਲੀ ਤਾਂ ਕਿਹਾ ਹੋਇਆ ਕਿ ਯੂ ਹੈਵ ਫੁੱਲ ਫਰੀडम, ਪਰ ਉਹਨੂੰ ਇੰਟਰਪ੍ਰੈਟ ਕਿਵੇਂ ਕਰਨਾ। ਰਣਜੀਤ ਜੀ, ਮੇਰਾ ਆਖਰੀ ਸਵਾਲ ਹੈ ਇੰਟਰਵਿਊ ਦਾ। ਗੈਂਗਸਟਰ ਸ਼ਬਦ ਨੂੰ ਲੋਕਾਂ ਨੇ ਇਹ ਸਮਝ ਲਿਆ ਕਿ ਇਹ ਉਹ ਬੰਦੇ ਹੁੰਦੇ ਆ ਜਿਨ੍ਹਾਂ ਤੋਂ ਡਰਨਾ ਚਾਹੀਦਾ, ਜਿਹੜੇ ਕਦੇ ਵੀ ਤੁਹਾਡੇ 'ਤੇ ਅਟੈਕ ਕਰਨਗੇ, ਤੁਹਾਨੂੰ ਮਾਰ ਦੇਣਗੇ। ਇਹ ਫੋਨ ਕਰਦੇ, ਇਹਨਾਂ ਦੀ ਗੱਲ ਸੁਣ ਲਓ ਜੇ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਖੁਸ਼ ਰਹਿਣਾ। ਮੈਂ ਗੈਂਗਸਟਰ ਸ਼ਬਦ ਦੀ ਤੁਹਾਡੇ ਕੋਲੋਂ ਡੈਫੀਨੇਸ਼ਨ ਸਮਝਣਾ ਚਾਹੁੰਦਾ, ਔਰ ਮੈਂ ਇਹ ਵੀ ਚਾਹੁੰਦਾ ਕਿ ਜੋ ਦਰਸ਼ਕ ਤੁਹਾਨੂੰ ਸੁਣਦੇ ਪਏ ਉਹ ਵੀ ਸਮਝਣ ਕਿ ਗੈਂਗਸਟਰ ਹੁੰਦਾ ਕੀ ਹੈ, ਕਿਉਂਕਿ ਤੁਸੀਂ ਬਹੁਤ ਕਲੋਜ਼ਲੀ ਇਹਨਾਂ ਨੂੰ ਵਾਚ ਕੀਤਾ ਹੈ। ਮੇਰੇ ਖਿਆਲ ਜਿਸ ਤਰ੍ਹਾਂ ਦਾ ਗੈਂਗਸਟਰਿਜ਼ਮ ਆਪਣੇ ਸਾਹਮਣੇ ਆ ਰਿਹਾ, ਉਹਦੇ ਵਿੱਚ ਇਹ ਵੀ ਨੇ ਕਿ ਕਈ ਲਾਅ ਗ੍ਰੈਜੂਏਟ ਦੀ ਸਟੱਡੀ ਕਰ ਰਹੇ ਸੀ, ਜਿਨ੍ਹਾਂ ਦਾ ਪ੍ਰਮੁੱਖਤਾ ਨਾਲ ਆ ਰਿਹਾ। ਜਿਨ੍ਹਾਂ ਦਾ ਹੋਰ ਪ੍ਰਮੁੱਖਤਾ ਨਾਲ ਆ, ਉਹ ਵੀ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚੰਗੇ ਕਾਲਜ ਪੜ੍ਹ ਰਹੇ ਸੀ, ਚੰਗੇ ਪਰਿਵਾਰਾਂ ਨੂੰ ਬਿਲੋਂਗ ਕਰਦੇ ਆ। ਸੋ ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੀ ਐਜੂਕੇਸ਼ਨ ਸੀ, ਮੈਂ ਹੁਣੇ ਪਿੱਛੇ ਪੜ੍ਹ ਰਿਹਾ ਸੀ, ਥੋੜ੍ਹੇ ਦਿਨਾਂ ਦੀ ਗੱਲ ਆ, ਇੱਕ ਨੌਜਵਾਨ 21 ਸਾਲਾਂ ਕਿ 19 ਸਾਲਾਂ ਦਾ ਬਠਿੰਡੇ 'ਚ, ਉਹਨੇ 17 ਮੈਡਲ ਨੈਸ਼ਨਲ ਲੈਵਲ 'ਤੇ ਜਿੱਤੇ ਸੀ, ਗੋਲਡ ਮੈਡਲ ਵੀ ਬਾਕਸਿੰਗ ਦੇ ਵਿੱਚ। ਉਹ ਬੰਦਾ ਡਰੱਗ ਓਵਰਡੋਜ਼ ਨਾਲ ਮਰ ਗਿਆ। ਇਹਦਾ ਮਤਲਬ ਆਪਾਂ ਟੈਲੈਂਟ ਸਾਂਭ ਹੀ ਨਹੀਂ ਸਕੇ। ਜਿੰਨੇ ਆਪਾਂ ਨਾਮੀ ਗੈਂਗਸਟਰ ਦੇਖ ਰਹੇ ਹਾਂ, ਕੋਈ ਕਹਿੰਦਾ ਵੀ ਚਾਹੇ ਗੌਂਡਰ ਹੁਣੀ ਲੈ ਲਓ, ਸਪੋਰਟਸ ਕਾਲਜ ਜਲੰਧਰ ਤੋਂ ਆਏ ਆ। ਸੋ ਇਹਦਾ ਮਤਲਬ ਕਿਤੇ ਨਾ ਕਿਤੇ ਫਾਲਟ ਲਾਈਨ ਆਈਆਂ ਐਜੂਕੇਸ਼ਨ। ਤਾਂ ਹੀ ਮੈਂ ਐਜੂਕੇਸ਼ਨ ਮਿਨਿਸਟਰ ਪੰਜਾਬ ਨੂੰ ਕਹਿ ਰਿਹਾ ਕਿ ਕੋਈ ਪਾਲਿਸੀ ਪਹਿਲੇ ਬਣਾਉਣੀ ਆ, ਪਹਿਲੇ ਜਾ ਕੇ ਆਪਣੇ ਸਟੱਡੀ ਰੂਮਾਂ 'ਚ ਜਾਓ, ਐਜੂਕੇਸ਼ਨ ਦਾ ਮਤਲਬ ਸਮਝੋ, ਇਹਨੂੰ ਡੰਗਾਈ 'ਚ ਜਾਓ ਕਿ ਜਿਵੇਂ ਪਹਿਲੇ ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ ਕਿਸੇ ਟਾਈਮ 'ਤੇ ਚਾਰੇ ਦੇ ਚਾਰੇ ਵਾਈਸ ਚਾਂਸਲਰ ਨਾਮੀ ਯੂਨੀਵਰਸਿਟੀਆਂ ਦੇ ਉਸ ਬੈਕਗਰਾਊਂਡ 'ਚੋਂ ਆਏ ਸੀ। ਹੁਣ ਕਿਉਂ ਨਹੀਂ? ਹੁਣ ਤਾਂ ਆਪਣੇ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਦਾ ਵੀ ਨੌਨ ਪੰਜਾਬੀ ਆ, ਵੈਟਨਰੀ ਯੂਨੀਵਰਸਿਟੀ ਦਾ ਨੌਨ ਪੰਜਾਬੀ ਆ। ਮਤਲਬ ਕਿ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਚਰਚਾ 'ਚ ਆਇਆ ਵਾਈਸ ਚਾਂਸਲਰ, ਉਹ ਵੀ ਨੌਨ ਪੰਜਾਬੀ ਆ। ਉਹਦੇ 'ਤੇ ਠੀਕ ਆ, ਜੌੜਾ ਮਾਜਰਾ ਜਿਹੜਾ ਮਿਨਿਸਟਰ ਨੇ ਕੀਤਾ ਉਹ ਪ੍ਰੋਫੈਸ਼ਨਲੀ ਕੰਡਕਟ ਰੋਂਗ ਆ, ਪਰ ਇਹ ਵੀ ਦੇਖ ਲਓ ਕਿ ਜਿਹੜਾ ਉਹ ਵਾਈਸ ਚਾਂਸਲਰ ਹੈਗਾ, ਉਹਨੇ ਕਿੰਨਾ ਟੈਲੈਂਟ ਲੂਜ਼ ਕਰਾਇਆ ਪੰਜਾਬ ਦਾ। ਉਹ ਆਪਣੀਆਂ ਐਡਮਿਸ਼ਨਸ ਹੀ ਨਹੀਂ ਖੋਲ੍ਹਦੇ ਪਿਛਲੇ 8 ਸਾਲਾਂ ਤੋਂ, ਜਦ ਤੱਕ ਸਾਰਾ ਚੰਗਾ ਟੈਲੈਂਟ ਦੂਸਰੀਆਂ ਸਟੇਟਸ ਦੇ ਕਾਲਜਸ ਵਿੱਚ ਜ਼ਿਆਦਾ ਫੀਸਿਸ ਦੇ ਕੇ ਚਲਿਆ ਨਹੀਂ ਜਾਂਦਾ, ਕਿਉਂਕਿ ਹਰ ਇੱਕ ਨੂੰ ਇਨਸਿਕਿਉਰਿਟੀ ਆ ਫਿਊਚਰ ਦੀ। ਇਹ ਸਾਰਾ ਨਾਲ ਲਾਸਟ ਖੋਲ੍ਹਦਾ, ਉਹਦੇ ਕਰਕੇ ਜਿਹੜਾ ਰਹਿੰਦ ਖੂੰਹਦ ਰਹਿ ਜਾਂਦੀ ਆ, ਉਹ ਬੱਚੇ ਇੱਥੇ ਦਾਖਲ ਹੁੰਦੇ ਨੇ। ਜਿਹੜਾ ਸਟਾਫ ਆ ਬਹੁਤ ਗਿਣਤੀ ਨੌਨ ਪੰਜਾਬੀ ਆ ਬਾਬਾ ਫਰੀਦ 'ਚ। ਇਹ ਚੀਜ਼ਾਂ ਸਟੱਡੀ ਕਰਨ ਵਾਲੀਆਂ ਨੇ। ਇਹ ਜਿਹੜੇ ਗੈਪਸ ਨੇ ਸੋਸਾਇਟੀ ਦੇ, ਇਹਦੇ ਵਿੱਚ ਉਹ ਜਿਹੜੀ ਬੇਕਿਰਕ ਹੈਗੀ ਆ ਸੋਚ, ਉਹ ਡਿਵੈਲਪ ਕਰ ਰਹੀ ਆ। ਬੇਕਿਰਕ ਸੋਚ ਆ ਜਿਹਨੂੰ ਆਪਾਂ ਗੈਂਗਸਟਰਿਜ਼ਮ ਦਾ ਦਿੱਤਾ। ਐਂ ਤਾਂ ਹੁਣ ਗੈਂਗਸਟਰ ਜੇ ਹਰ ਕਿਸੇ ਨੇ ਦਾਊਦ ਬਣ ਨਹੀਂ ਜਾਣਾ। ਉਹ ਵਨ ਆਫ ਦੀ ਰੇਅਰ ਸਟੋਰੀਜ਼ ਆ। ਮੈਂ ਆਰਗੇਨਾਈਜ਼ਡ ਕ੍ਰਾਈਮ ਜਿਹੜੇ ਮਾਫੀਆ ਦੇ ਬੌਸ ਰਹੇ ਨੇ, ਐਕਚੁਅਲ ਫੈਮਲੀਜ਼ ਦੇ ਹੈਡ, ਉਹ ਮੇਰੇ ਨਾਲ ਜੇਲ੍ਹ 'ਚ ਰਹੇ ਆ। ਵੈਰੀ ਵੈਲ ਐਜੂਕੇਟਡ ਪੀਪਲ, ਵੈਲ ਵਰਸਡ। ਉਹ ਗੱਲੀ ਬਾਤੀ ਬੰਦਿਆਂ ਨੂੰ ਡਰਾ ਲੈਂਦੇ ਆ, ਪਰ ਉਹ ਦੇ ਆਰ ਨੋਨ ਐਜ਼ ਆਰਗੇਨਾਈਜ਼ਡ ਕ੍ਰਾਈਮ, ਕਿ ਉਹ ਐ ਬੇਕਿਰਕਾ ਜਿਵੇਂ ਕ੍ਰਾਈਮ ਹੁਣ ਪੰਜਾਬ 'ਚ ਚੱਲ ਰਿਹਾ, ਦਿਸ ਇਜ਼ ਅਨਆਰਗੇਨਾਈਜ਼ਡ ਕ੍ਰਾਈਮ। ਇਹ ਪੰਜਾਬ ਪੁਲਿਸ ਨੂੰ ਹੁਣੇ ਇਹਨੂੰ ਡੰਗਾਈ 'ਚ ਜਾਣਾ ਚਾਹੀਦਾ। ਆਪਣੇ ਸੋਸ਼ਲ ਵਰਕਰਸ ਲਾਉਣੇ ਚਾਹੀਦੇ ਪਿੰਡਾਂ 'ਚ, ਹੂ ਸ਼ੁੱਡ ਟਾਕ ਟੂ ਦਾ ਵੇਵਰਡ ਯੂਥ। ਉੱਥੇ ਕਾਉਂਸਲਰਸ ਅਪਾਇੰਟ ਹੋਣੇ ਚਾਹੀਦੇ ਆ ਬਲਾਕਸ ਦੇ ਵਿੱਚ, ਜਿਹੜੇ ਕਿ ਜਾ ਕੇ ਪਿੰਡਾਂ ਦੇ ਯੂਥ ਨਾਲ, ਸ਼ਹਿਰਾਂ ਦੇ ਯੂਥਸ ਨਾਲ ਗੱਲ ਕਰਨ। ਹਰ ਇੱਕ ਮਹੱਲਾ ਕਲੀਨਿਕ ਨਹੀਂ ਸਾਨੂੰ ਚਾਹੀਦੇ, ਸਾਡੇ ਹਸਪਤਾਲ ਇੱਥੇ ਬਣੇ ਹੋਏ ਨੇ, ਉਹਨਾਂ ਨੂੰ ਸਾਂਭ ਲਓ। ਵੀ ਨੀਡ ਕਾਉਂਸਲਰਸ, ਵੀ ਨੀਡ ਬਲਾਕਸ, ਜਿੱਥੇ ਕਿ ਸੋਸ਼ਲ ਵਰਕਰ ਪੈਦਾ ਹੋਣ, ਉਹ ਜਾ ਕੇ ਸੋਸ਼ਲੀ ਲੋਕਾਂ ਨਾਲ ਗੱਲ ਕਰਨ, ਤਾਂ ਟੈਕਲ ਕਰ ਸਕਾਂਗੇ। ਜੇ ਕਹੋ ਵੀ ਤੁਸੀਂ ਹਾਈ ਹੈਂਡਡਨੈਸ ਆਫ ਦਾ ਪੁਲਿਸ ਨਾਲ ਕੌਨਫੀਡੈਂਸ ਬਿਲਡ ਕਰ ਦੋਗੇ ਪਬਲਿਕ ਦਾ, ਐ ਨਹੀਂ ਹੋਣਾ। ਤੁਸੀਂ ਉਹਨਾਂ ਨੂੰ ਸਟੱਡੀ ਕਰਨੇ ਪੈਣਗੇ ਉਹ ਮਾਡਲਸ, ਜਿੱਥੇ ਕਿਉਂ ਜਿਹੜਾ ਹਾਲੈਂਡ ਦੇ ਵਿੱਚ ਕਿਉਂ ਜੇਲ੍ਹਾਂ ਢਾਈਆਂ ਜਾ ਰਹੀਆਂ, ਕਿਉਂ ਜੇਲ੍ਹਾਂ ਬੰਦ ਹੋ ਰਹੀਆਂ, ਫਰਾਂਸ 'ਚ ਕਿਉਂ, ਨਾਰਵੇਜੀਅਨ ਕੰਟਰੀਜ਼ ਵਿੱਚ ਜੇਲ੍ਹਾਂ ਦਾ ਕਲਚਰ ਖਤਮ ਹੋ ਰਿਹਾ, ਕਿਉਂ ਕ੍ਰਾਈਮ ਘਟ ਗਿਆ। ਭਾਵੇਂ ਕੈਨੇਡਾ ਵਿਕਸਿਤ ਦੇਸ਼ ਆ, ਆਪਣੇ ਨਾਲ ਕਈ ਗੁਣਾ ਜ਼ਿਆਦਾ ਉੱਥੇ ਕ੍ਰਾਈਮ ਆ, ਕਈ ਗੁਣਾ ਜ਼ਿਆਦਾ ਗੈਂਗਸ ਨੇ।
पर लोग स्टिल अपने आप को सिक्योर फील करते। ਇਹਦਾ मतलब कोई सेंस ऑफ सिक्योरिटी की जी नींह रखी हुई आ फाउंडेशन वो स्ट्रोंग आ, अपने वो लैक कर रही है। हजे आप 47 नहीं एक्सप्लेन कर सके, हजे पोलिटिकल इंडिया की लीडरशिप कोई स्टेट्समैन नहीं पैदा कर सकी द्वारा, जहाँ डॉक्टर मनमोहन सिंह वांगू कोई वैल वर्स्ड बंदा नहीं आया जिहड़ा दस सके, जिन्हें 1999 च गल कहती सी भी जिस लीहां ते इंडिया हुण तुर पिया, इंडियन पॉलिटिक्स चल पई, इट विल डेफिनेटली लीड टू द क्रैक्स इन द सोशल फैब्रिक, कि साडी समाजिक बनतर हिल जूगी। जिहड़े अंकुर पटेल आ एमनेस्टी इंटरनेशनल का हैड रहा दिल्ली का, उन्हें पिछले साल ही किताब लिखी आ इकॉनमी ते कि 7 ईयर्स ऑफ मोदी गवर्नमेंट, लोगों को स्टडी कर लेनी चाहिए। कल्ले जून महीने में 26.7 बिलियन डॉलर का ट्रेड डेफिसिट, जदों इंडिया ते 661 बिलियन डॉलर का इंडिया ते डेब्ट आ। श्रीलंका भावें बहुत छोटा सी, अपने एक प्रोविंस वड्डे जिड्डा यूपी होऊगा वो, पर उहदे ते सिर्फ 50 बिलियन डॉलर का कर्जा सी तो कंट्री कलैप्स कर गया। जदों 161 बिलियन डॉलर थोड़े ते डेब्ट होवे ना, जदों इन्होंने नवंबर च अपनी किश्त देनी है 243 बिलियन डॉलर, तो इन्हों की 43% जी फॉरन रिजर्व आ खुर जानी है। दिस रेज क्वेश्चनस अबाउट द गवर्नेंस। एक गवर्नेंस के क्रैक्स करके ही लोगों ने शॉर्टकट अपनाए ने, गन कल्चर अपनाया टू अटेन इंस्टेंट फेम एंड इंस्टेंट डिस्ट्रक्शन। हमेशा वायलेंस एक शॉर्टकट आ, वो कई बारी तुसी टप जाने आ, कई बारी बहुती बारी तुसी डिगदे। सारिਆਂ ने मुख्तियार अंसारी बन नहीं जाना, पर उहदे नाल चंगे काम भी बहुत जुड़े हुए आ, जिस करके वो 5 बार का MLA आ, लगातार चलता आ रहा। शाहबुद्दीन भी मैंबर पार्लीमेंट रहा, उन्होंने उत्थे एड्डी एड्डी यूनिवर्सिटी बनाई है, सारे नाल वड्डी शाहबुद्दीन की फैमिली ने जितों का हैगा वो स्वान का, उन्होंने हॉस्पिटल्स बनाए ने। खैर ਜਿਹੜੇ ਉਧਰ ਦੇ ਗੈਂਗਸਟਰਸ ਹੈਗੇ ਨੇ, ਉਹਨਾਂ ਨੂੰ ਜਦੋਂ ਸਿਆਸਤ ਨਾਲ ਜੁੜ ਜਾਂਦੇ ਉਹਨਾਂ ਨੂੰ ਬਾਹੂਬਲੀ ਕਹਿਣਾ ਸ਼ੁਰੂ ਕਰ ਦਿੰਦੇ ਆ। हाँ मतलब बाहुबली है ना, ये जी फिल्म इंडस्ट्री है ना, इन्हों का बहुत बड़ा रोल। इत्थे जिस तरह का कल्चर दिखाया गया भी तुसी कुट मार के तुसी अपना नाम बना सकते, कभी अपने अगे वो करैक्टर दिखाए जिन्हों ने कि कंस्ट्रक्टिव मैनर नाल सोसाइटी नूं बुनिया हो। ईवन नसरुद्दीन शाह हुणी कह रहे हैं कि असीं स्केड हाँ यार, अमीर खान कह रहा स्केड हाँ। मैं मेरे तो पहले मूवी बनाउण लग्या सी, उन्हें डॉकूमेंटरी बनाई है मेरी लाइफ से, कहता भी साडे मेरा चाहना मैं तेरे से बनाउणी फिल्म, पर साडे पैर नहीं बाहर चलते। जदों इदां दा फेयर साइकोसिस होऊगा ना, फेयर साइकोसिस एक तां स्टेट का, उत्तों एक जिहड़े इदां दे इंडिविजुअल्स डिवैलप हो गए जिहड़े कि लॉ इनटू दैमसैल्व्स हैगे आ, उन्हां अगे इदां दे दाऊद हुणारियां दे नां चमकदे ने। सो पीपल हैव फॉल्स इल्यूजन्स। मैं इत्थे यही कहना ना कि लोकां नूं मराज दिंदे ने, मराज की रियलिटी नहीं पता कि मराज आर नैवर ए रियलिटी। बहुत बहुत शुक्रिया सर वक्त। थैंक यू, नाइस मीटिंग। हाँ तो ना ਦੇ ਵਿਚਕਾਰ ਇੱਕ ਸ਼ਾਇਦ ਹੁੰਦੀ ਹੈ, ਕਿਸੇ ਨੂੰ ਹਾਂ ਤੋਂ ਤੁਰ ਕੇ ਆਣਾ ਹੋਵੇ ਤੇ ਕਿਸੇ ਨੂੰ ਨਾ ਤੋਂ ਤੁਰ ਕੇ ਆਣਾ ਹੋਵੇਗਾ, ਤੇ ਸ਼ਾਇਦ ਤੇ ਆ ਕੇ ਮਿਲਣਾ ਹੋਵੇਗਾ। ਔਰ ਸ਼ਾਇਦ ਕੌਣ ਤੈਅ ਕਰੇਗਾ? ਉਹ ਸ਼ਾਇਦ ਇੱਕ ਆਪਸ ਦੇ ਵਿੱਚ ਤਾਲੁਕਾਤ ਬਣਾ ਕੇ ਤੈਅ ਕਰਨੀ ਪਏਗੀ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਰੱਬ ਖੈਰ ਕਰੇ।